होए सहाय, सब थाई होए सहाय, सब थाई होए सहाय। तेग बहादुर सिमरिए, तेग बहादुर सिमरिए, तेग बहादुर सिमरिए। वाहिगुरु वड्डा तेरा दरबार, सच्चा तुद तखत, सिर शाह पातशाह, देह चल चौर छत। पौड़ी मोटा पाक तेरा मर्तबा, रंग प्रांग लेखन जापन करतबा। दुनिया अंदर जियो सब जानला, तेरे वास्ते रखर भला। तेरे कार नंद बधाई तुद कर, मान मता तेज अपना आप जर। सर्व कला भरपूर दिसै जत कथा, नानक दासन दास तुद आगे बिनवता। वाहिगुरु पौड़ी वड्डी वड्डा अपार तेरा मर्तबा, रंग प्रंग नेक ना जापन करतबा। जिया अंदर जियो सब कुछ जानला, सब कुछ तेरे वास्ते रख हर भला। तेरे घर आनंद ਵਧਾਈ तुद घर मान महता तेज अपना आप जर। सर्व कला भरपूर दिसै जत कथा, नानक दासन दास तुद आगे बिनहता सलो। पवन गुरु पाणी पिता माता तप्त महत, दिवस रात दुई दाई दाया खेलै सगल जगत। चगियाइया बुरियाइया वाचै धर्म हदूर, करमी आपो अपनी के नेड़े के दूर। जिनी नाम ते आया गए मशक्कत काल, नानक ते मुख उजले कीती छुट्टी नाल। जिनी नाम ते आया गए मशक्कत काल, नानक ते मुख उजले कीती छुट्टी नाल। वाहिगुरु जी का खालसा, वाहिगुरु जी की फतेह। ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ
ਨਾਨਕ ਪਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਪਰ ਸ਼੍ਰੀ ਹਰਿ ਰਾਏ ਨਮੋ ਕਰ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਬੰਦੋ ਬਾਰ ਬਾਰ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਬਾਲਾ ਸੰਧੂਰ ਬਾਚ ਚੌਪਈ। ਸ੍ਰੀ ਅੰਗਦ ਸੁਨੀਏ ਕਹਿ ਬਾਲਾ ਸ੍ਰੀ ਸਤਿਗੁਰ ਕੀ ਕਥਾ ਰਸਾਲਾ। ਕੋਇਕ ਦਿਨ ਪਰ ਰਹੇ ਨਿਕੇਤੂ ਵਿਚਰੈ ਨਹਿ ਬੇਦੀ ਕੁਲ ਕੇਤੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सम्मानयोग गुरु की साजी और नवाजी हुई। गुरु का खास रूप गुरु खालसा साध संगत जियो धनता दे पात्र हो। सतगुरु नौवें पातशाह धन धन श्री गुरु तेग बहादुर साहब जी महाराज जी दे पावन पवित्र सचखंड दरबार विच हाजरियां भर के जगत गुरु धन गुरु ग्रंथ साहिब जी महाराज जी के दर्शन दिदारे परस रहे। अपने जीवन का कुछ कीमती समा सतगुरु जी के लेखे ला के सफला कर रहे। धन गुरु नानक देव साहब जी महाराज सच्चे पातशाह जी दियां वडियाइयां सतगुरां दियां सिफतां करन ते सुनन दा सुभाग सानू सारिਆਂ ਨੂੰ प्राप्त हो रहा है। अज मगर दे महीने की सकरांत का दिन है। पंचम पातशाह जी महाराज जी हुक्म करते हैं कि मगर दे महीने विच वो जीव रूपी इस्त्रियां शोभनीक हुंदियां ने ਜਿਹੜੀਆਂ अपने पिर पति परमेश्वर दे नाल बैठ के सोभदियां हन।
ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀ ਆਹਾ। ਔਰ ਇਹ ਮਹੀਨਾ ਉਹਨਾਂ ਲਈ ਸੋਭਨੀਕ ਹੈ ਜਿਹੜੀਆਂ ਆਪਣੇ ਮਾਲਕ ਦੇ ਰੰਗ ਦੇ ਵਿੱਚ ਰੰਗੀਆਂ ਹੋਈਆਂ ਨੇ, ਔਰ ਉਹਨਾਂ ਨੂੰ ਮੁੜ ਕੇ ਸੰਸਾਰ ਦੇ ਜਨਮ ਮਰਨ ਦੇ ਚੱਕਰਾਂ ਵਿੱਚ ਨਹੀਂ ਪੈਣਾ ਪੈਂਦਾ। ਗੁਰੂ ਪਾਤਸ਼ਾਹ ਕਿਰਪਾ ਕਰਨ। ਮੱਘਰ ਦਾ ਚੜਿਆ ਹੋਇਆ ਇਹ ਮਹੀਨਾ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦਿਆਂ, ਗੁਰੂ ਕੀ ਸੰਗਤ ਕਰਦਿਆਂ ਬਤੀਤ ਹੋਵੇ, ਸੁੱਖਾਂ ਦਾ ਬਤੀਤ ਹੋਵੇ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੈਦ ਹਰਦਾਸ ਨੂੰ ਉਪਦੇਸ਼ ਦਿੱਤਾ, ਦੱਸਿਆ ਹੈ ਵੈਦ ਜੀ ਅੰਦਰ ਦੇ ਰੋਗ ਸਿਆਣੋ ਤੇ ਫਿਰ ਉਹਨਾਂ ਦੀ ਦਵਾਈ ਬਾਰੇ ਜਾਣੋ। ਵੈਦ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਤੁਸੀਂ ਕਿਰਪਾ ਕਰਕੇ ਉਚਾਰੋ। ਗੁਰਦੇਵ ਨੇ ਜੀਵ ਨੂੰ ਲੱਗੇ ਹੋਏ ਜਿਹੜੇ ਰੋਗ ਨੇ ਉਹਨਾਂ ਰੋਗਾਂ ਦਾ ਜ਼ਿਕਰ ਕੀਤਾ ਤੇ ਫਿਰ ਉਹਨਾਂ ਰੋਗਾਂ ਦੀ ਜੋ ਔਸ਼ਧੀ ਹੈ ਉਹਦਾ ਇਲਾਜ ਸਤਿਗੁਰੂ ਜੀ ਨੇ ਦੱਸਿਆ। ਉਹ ਕਥਾ ਵਿਸਥਾਰ ਸਹਿਤ ਆਪ ਜੀ ਨੇ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਚੱਲ ਰਹੀ ਲੜੀਵਾਰ ਕਥਾ ਦਾ ਅਗਲੇਰਾ ਪ੍ਰਸੰਗ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਬਾਲਾ ਸੰਧੂਰ ਬਾਚ ਚੌਪਈ। ਸ੍ਰੀ ਅੰਗਦ ਸੁਨੀਏ ਕਹਿ ਬਾਲਾ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰੇ ਪਾਤਸ਼ਾਹ ਨੂੰ ਸਰਵਣ ਕਰਾ ਰਹੇ ਨੇ। हे ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਸੁਣੋ, ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰਾਉਂਦਾ ਹਾਂ। ਸ੍ਰੀ ਸਤਿਗੁਰ ਕੀ ਕਥਾ ਰਸਾਲਾ। ਗੁਰੂ ਨਾਨਕ ਸਾਹਿਬ ਜੀ ਦੀ ਜੋ ਕਥਾ ਹੈ ਉਹ ਰਸ ਨਾਲ ਭਰੀ ਹੋਈ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਵਿੱਚ ਪ੍ਰੇਮ ਰਸ ਹੈ, ਭਗਤੀ ਰਸ ਹੈ, ਗਿਆਨ ਦਾ ਰਸ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹ ਜਨਮ ਸਾਖੀ, ਸਤਿਗੁਰਾਂ ਦੇ ਇਤਿਹਾਸ ਦੀ ਇਹ ਕਥਾ ਰਸ ਭਰੀ ਹੈ। ਕੋਈ ਇੱਕ ਦਿਨ ਪਰ ਰਹੇ ਨਿਕੇਤੂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਦੇ ਵਿੱਚ ਬਿਰਾਜੇ ਰਹਿੰਦੇ ਹਨ। ਜਦੋਂ ਵੈਦ ਹਰਦਾਸ ਨੂੰ ਉਪਦੇਸ਼ ਦੇ ਕੇ ਟੋਰ ਦਿੱਤਾ, ਉਸ ਤੋਂ ਬਾਅਦ ਵੀ ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਪਲੰਘੇ ਦੇ ਉੱਤੇ ਬਿਰਾਜੇ ਰਹਿੰਦੇ ਨੇ। ਸਰੀਰ ਨੂੰ ਚਾਦਰੇ ਨਾਲ ਢੱਕ ਲੈਂਦੇ ਹਨ। ਵਿਚਰੈ ਨਹਿ ਬੇਦੀ ਕੁਲ ਕੇਤੂ। ਬੇਦੀਆਂ ਦੀ ਕੁਲ ਦੇ ਕੇਤੂ, ਕੇਤ ਕਹਿੰਦੇ ਆ ਨਿਸ਼ਾਨ ਨੂੰ, ਧਵਜ ਨੂੰ। ਬੇਦੀਆਂ ਦੀ ਕੁਲ ਜਿਨ੍ਹਾਂ ਕਰਕੇ ਜਾਣੀ ਗਈ ਹੈ ਸੰਸਾਰ ਵਿੱਚ। ਬੇਦੀਆਂ ਦੀ ਕੁਲ ਜਿਨ੍ਹਾਂ ਕਰਕੇ ਜਾਣੀ ਗਈ ਹੈ ਸੰਸਾਰ ਵਿੱਚ, ਵੀ ਕੋਈ ਬੇਦੀ ਕੁਲ ਵੀ ਹੁੰਦੀ ਹੈ ਤਾਂ ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਬੇਦੀ ਕੁਲ ਕੇਤੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਘਰ ਦੇ ਵਿੱਚ ਹੀ ਵਿੱਚ ਬਿਰਾਜਦੇ ਨੇ, ਬਾਹਰ ਕਿਤੇ ਨਹੀਂ ਵਿਚਰਦੇ। ਕਬਹਿ ਕਰੈ ਕਾਲੂ ਪਰਤੀਤੂ। ਕਦੇ ਕਦੇ ਪਿਤਾ ਮਹਿਤਾ ਕਾਲੂ ਜੀ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਚੋਜ ਵੇਖ ਕੇ ਭਰੋਸਾ ਬਣ ਜਾਂਦਾ। ਕਦੇ ਕਦੇ ਪਿਤਾ ਜੀ ਦੇ ਮਨ ਵਿੱਚ ਵੀ ਯਕੀਨ ਆ ਜਾਂਦਾ ਹੈ। ਬਚਨ ਸੁਨਤ ਬਿਸਮੈ ਹੋਏ ਚੀਤੂ। ਜਦੋਂ ਗੁਰੂ ਨਾਨਕ ਸਾਹਿਬ ਦੇ ਮਨ ਨੂੰ ਖਿੱਚ ਲੈਣ ਵਾਲੇ ਬਚਨ ਸੁਣਦੇ ਨੇ ਨਾ ਪਿਤਾ ਜੀ, ਤੇ ਕਦੇ ਕਦੇ ਪਿਤਾ ਜੀ ਦੇ ਮਨ ਵਿੱਚ ਵੀ ਪ੍ਰਤੀਤ ਆ ਜਾਂਦੀ ਹੈ ਵੀ ਇਹ ਕੋਈ ਅਵਤਾਰੀ ਪੁਰਸ਼ ਹੈ। ਕਦੇ ਕਦੇ ਮਨ 'ਚ ਜਿਵੇਂ ਝਾਵਲਾ ਜਿਹਾ ਨਹੀਂ ਹੁੰਦਾ, ਏਦਾਂ ਝਾਵਲਾ ਜਿਹਾ ਆ ਜਾਂਦਾ, ਭਰੋਸਾ ਬਣ ਜਾਂਦਾ ਪਿਤਾ ਜੀ ਦੇ ਮਨ ਵਿੱਚ। ਬਹੁਰ ਦੀ ਮਾਇਆ ਪਰਮਾਈ। ਪਰ ਸਤਿਗੁਰੂ ਜੀ ਫਿਰ ਮਾਇਆ ਵਰਤਾ ਦਿੰਦੇ ਆ, ਫਿਰ ਮਾਇਆ ਦੇ ਨਾਲ ਭਰਮਾ ਦਿੰਦੇ ਨੇ। ਪਿਤਾ ਜੀ ਦੇ ਮਨ 'ਚ ਜੇ ਝਟਕ ਪਹਿਲਾਂ ਪ੍ਰਤੀਤ ਆਉਂਦੀ ਹੈ
ਨਾਲ ਹੀ ਸਤਿਗੁਰੂ ਜੀ ਮਾਇਆ ਵਰਤਾ ਦਿੰਦੇ ਆ, ਉਸੇ ਵੇਲੇ ਉਹ ਪ੍ਰਤੀਤ ਜਾਂਦੀ ਰਹਿੰਦੀ ਹੈ। ਹਿਰਦੈ ਕੋ ਤਰਕ ਅਨੇਕ ਉਠਾਈ, ਨਾਲ ਹੀ ਪਿਤਾ ਜੀ ਦੇ ਮਨ 'ਚ ਫਿਰ ਕਈ ਤਰ੍ਹਾਂ ਦੇ ਕੁਤਰਕ ਪੈਦਾ ਹੋਣ ਲੱਗ ਪੈਂਦੇ ਆ। ਇੱਕ ਹੁੰਦਾ ਤਰਕ, ਇੱਕ ਹੁੰਦਾ ਕੁਤਰਕ। ਕਈ ਤਰ੍ਹਾਂ ਦੇ ਕੁਤਰਕ ਜਿਹੜੇ ਨੇ ਉਹ ਪਿਤਾ ਜੀ ਦੇ ਮਨ 'ਚ ਪੈਦਾ ਹੋਣ ਲੱਗ ਪੈਂਦੇ ਹਨ। ਬਚਨ ਕਹਿਨ ਮੈਂ ਇਹ ਗੁਣਸਾਲੀ, ਸੋਚਦੇ ਨੇ ਵੀ ਗੱਲਾਂ ਕਰਨ ਵਿੱਚ ਤਾਂ ਬੜਾ ਸਿਆਣਾ ਨਾਨਕ, ਗੱਲਾਂ ਇਹਦੇ ਵਰਗੀਆਂ ਨਹੀਂ ਕੋਈ ਕਰ ਸਕਦਾ ਜਿਹੜੀਆਂ ਇਹ ਗੱਲਾਂ ਕਹਿੰਦਾ ਗਿਆਨ ਦੀਆਂ। ਗੱਲਬਾਤ ਕਰਨ ਦੇ ਵਿੱਚ ਤਾਂ ਨਾਨਕ ਬਹੁਤ ਸਿਆਣਾ ਹੈ, ਇਹਦੇ ਵਰਗਾ ਕੋਈ ਨਹੀਂ ਹੋਣਾ। ਧਨ ਖਟਨੇ ਕੀ ਜਾਨ ਨਾ ਚਾਲੀ, ਪਰ ਪੈਸਾ ਕਮਾਉਣ ਦੀ ਅਕਲ ਕੋਈ ਨਹੀਂ ਇਹਨੂੰ। ਗੱਲਬਾਤ ਤਾਂ ਬੜੀ ਸੋਹਣੀ, ਝਟਕ ਪਹਿਲਾਂ ਪ੍ਰਤੀਤ ਆ ਜਾਂਦੀ ਹੈ ਮਨ 'ਚ ਵੀ ਕੋਈ ਅਵਤਾਰੀ ਪੁਰਸ਼ ਹੈ, ਨਾਲ ਹੀ ਮਨ 'ਚ ਕੁਤਰਕ ਆ ਜਾਂਦੀ, ਸਤਿਗੁਰਾਂ ਦੀ ਮਾਇਆ ਵਰਤਦੀ ਵੀ ਗੱਲਾਂ ਤਾਂ ਸੋਹਣੀਆਂ ਕਰ ਲੈਂਦਾ ਗਿਆਨ ਵਾਲੀਆਂ, ਪਰ ਇਹਨੂੰ ਪੈਸਾ ਕਮਾਉਣ ਦਾ ਵੱਲ ਨਹੀਂ ਹੈ ਕਿ ਧਨ ਕਿਵੇਂ ਕਮਾਈਦਾ, ਉਹਦਾ ਕੋਈ ਤਰੀਕਾ ਨਹੀਂ ਹੈ। ਸੁਨ ਸੁਨ ਬਚ ਨਰ ਕਰਹਿ ਵਡਾਈ, ਲੋਕ ਇਹਦੀਆਂ ਗੱਲਾਂ ਸੁਣ ਸੁਣ ਕੇ, ਇਹਦੇ ਬਚਨ ਸੁਣ ਸੁਣ ਕੇ ਇਹਦੀ ਵਡਿਆਈ ਕਰਦੇ ਹਨ। ਧਨ ਹਾਨੀ ਇਹ ਭੇਦ ਨ ਪਾਈ, ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਧਨ ਦਾ ਨੁਕਸਾਨ ਕਰਨ ਵਾਲਾ ਹੈ। ਇਹ ਘਰ ਦੇ ਵਿੱਚ ਜਿਹੜਾ ਧਨ ਹੈ ਉਹਨੂੰ ਗਵਾਉਣ ਵਾਲਾ ਹੈ। ਇਹ ਭੇਤ ਲੋਕ ਨਹੀਂ ਜਾਣਦੇ। ਪੁਨਰਿਤ ਪਰ ਬਿਰਤੀ ਹੈ ਮੰਤਾ, ਇਹਨੇ ਨੂੰ ਗੁਰੂ ਖਾਲਸਾ ਜੀ ਸਰਦ ਰੁੱਤ ਆ ਗਈ ਹੈ। ਹੇਮੰਤਾ ਕਹਿੰਦੇ ਹੈ ਠੰਡ ਦੀ ਜਿਹੜੀ ਸਿਸਰ ਰੁੱਤ, ਜਿਹਨੂੰ ਆਪਾਂ ਕਹਿ ਦਿੰਦੇ ਆ ਪੋਹ ਮਾਹ ਦਾ ਮਹੀਨਾ, ਕਹਿੰਦੇ ਇਹ ਰੁੱਤ ਆ ਗਈ ਹੈ। ਤੇ ਮਹਿ ਸੁਨੋ ਜੋ ਭਾਬਰ ਤੰਤਾ, ਕਹਿੰਦੇ ਜਦੋਂ ਹੇਮੰਤ ਰੁੱਤ ਆਈ ਹੈ, ਯਾਨੀ ਕਿ ਜਿਹੜੀ ਸਿਸਰ ਰੁੱਤ, ਜਿਹੜੀ ਬਹੁਤ ਜ਼ਿਆਦਾ ਪਾਲੇ ਦੀ ਠੰਡ ਦੀ ਰੁੱਤ ਆਈ ਹੈ, ਉਹਦੇ ਵਿੱਚ ਜੇ ਉਹ ਵਰਤਿਆ ਹੁਣ ਉਹ ਵੀ ਸੁਣੋ। ਤਾਲਨ ਬਾਰਜ ਬਣੀ ਬਿਨਾਸੀ, ਕਹਿੰਦੇ ਸਰੋਵਰਾਂ ਵਿੱਚ, ਤਲਾਬਾਂ ਵਿੱਚ ਜਿੱਥੇ ਕਮਲ ਦੇ ਫੁੱਲ ਖਿੜੇ ਹੋਏ ਸੀ, ਉਹ ਜਦੋਂ ਪਾਲਾ ਪੈਣ ਲੱਗਾ ਕੱਕਰ ਤੇ ਕਮਲਾਂ ਦੇ ਜਿੰਨੇ ਫੁੱਲ ਸੀ ਸਾਰੇ ਸੜ ਕੇ ਸੁਆਹ ਹੋ ਗਏ ਠੰਡ ਨਾਲ, ਉਹ ਸਾਰੇ ਸੜ ਕੇ ਬਿਨਸ ਗਏ। ਜਿਉ ਕੋ ਸੰਗ ਨਾ ਸਹਿਜਸ ਰਾਸੀ, ਕਹਿੰਦੇ ਕਿਵੇਂ ਬਿਨਸ ਗਏ ਨੇ ਉਹ ਕਮਲ ਦੇ ਫੁੱਲ, ਜਿਵੇਂ ਕਿਸੇ ਖੋਟੇ ਬੰਦੇ ਦੀ ਸੰਗਤ ਕਰਕੇ ਚੰਗੇ ਭਲੇ ਬੰਦੇ ਦੀ ਵਡਿਆਈ ਵੀ ਜਿਹੜੀ ਆ ਉਹ ਜਾਂਦੀ ਰਹਿੰਦੀ ਹੈ। ਖੋਟੇ ਬੰਦੇ ਦੀ ਸੰਗਤ ਕੋਈ ਜਸ ਵਾਲਾ ਪ੍ਰਤਿਭਾਵਾਨ ਬੰਦਾ ਕਰ ਲਏ ਨਾ, ਤੇ ਲੋਕ ਉਹਨੂੰ ਵੀ ਉਦਾਂ ਦਾ ਗਿਣਨ ਲੱਗ ਪੈਂਦੇ ਵੀ ਇਹ ਫਲਾਣੇ ਦੇ ਸੰਗ 'ਚ ਰਹਿੰਦਾ, ਉਹਦੀ ਵਡਿਆਈ, ਉਹਦਾ ਜਸ ਉਹ ਜਾਂਦਾ ਰਹਿੰਦਾ ਹੈ। ਏਦਾਂ ਹੇਮੰਤ ਰੁੱਤ ਵਿੱਚ, ਪਾਲੇ ਦੀ ਰੁੱਤ ਦੇ ਵਿੱਚ ਕਮਲ ਦੇ ਫੁੱਲ ਬਿਨਸੇ ਹਨ। ਨਿਕਟ ਅਗਨ ਕੇ ਰਹਿ ਮਹਾਨਾ, ਹੁਣ ਇਸ ਸਰਦ ਰੁੱਤ ਦੇ ਵਿੱਚ ਠੰਡ ਦੇ ਪਾਲੇ ਤੋਂ ਬਚਣ ਲਈ ਲੋਕ ਅੱਗ ਦੇ ਕੋਲ ਰਹਿੰਦੇ ਆ, ਆਪਣੇ ਨੇੜੇ ਅੱਗ ਦੀਆਂ ਅੰਗੀਠੀਆਂ ਬਾਲ ਕੇ ਰੱਖਦੇ ਆ, ਉਹਨਾਂ ਅੰਗੀਠੀਆਂ ਦੇ ਵਿੱਚ ਅੱਗ ਸੇਕਦੇ ਹਨ। ਜਿਉ ਨ੍ਰਿਪ ਸੇਵੈ ਜੇ ਮਤਵਾਨਾ, ਕਹਿੰਦੇ ਕਿਵੇਂ ਅੱਗ ਨੂੰ ਸੇਵਦੇ ਨੇ ਲੋਕ, ਅੱਗ ਦੇ ਕੋਲ ਕਿਵੇਂ ਰਹਿੰਦੇ ਐ, ਜਿਵੇਂ ਕੋਈ ਸਿਆਣਾ ਮਨੁੱਖ ਕਿਸੇ ਚੰਗੇ ਸ੍ਰੇਸ਼ਟ ਰਾਜੇ ਦੇ ਕੋਲ ਰਹਿੰਦਾ ਤੇ ਸੁਖੀ ਰਹਿੰਦਾ। ਚੰਗੇ ਰਾਜੇ ਦੇ ਕੋਲ ਕੋਈ ਉਹਦਾ ਸੇਵਕ ਰਹੇ ਤਾਂ ਉਹ ਜਿਵੇਂ ਸੁਖੀ ਰਹਿੰਦਾ ਹੈ। ਮੰਦ ਤੇਜ ਸੂਰਜ ਕਾ ਬਇਓ, ਆਕਾਸ਼ ਦੇ ਵਿੱਚ ਜਿਹੜਾ ਸੂਰਜ ਦਾ ਤੇਜ ਹੈ ਉਹ ਬਿਲਕੁਲ ਮੰਦ ਹੋ ਗਿਆ। ਉਹਦੀ ਜਿਹੜੀ ਕੜਕਦੀ ਧੁੱਪ ਹੈ ਉਹ ਧਰਤੀ ਦੇ ਉੱਤੇ ਹੁਣ ਸੇਕ ਨਹੀਂ ਦਿੰਦੀ, ਧੁੰਦ ਦੇ ਵਿੱਚ ਹੀ ਕੱਜਿਆ ਰਹਿੰਦਾ, ਠੰਡ ਦੇ ਵਿੱਚ। ਜਿਉ ਭੂਪਤ ਹੋਏ ਆਲਸ ਕੀਓ, ਕਹਿੰਦੇ ਏਦਾਂ ਸੂਰਜ ਦਾ ਤੇਜ ਮੰਦ ਹੋ ਗਿਆ, ਜਿਵੇਂ ਕੋਈ ਰਾਜਾ ਆਲਸੀ ਤੇ ਦਲਿਦਰੀ ਬਣ ਕੇ ਨਹੀਂ ਬਹਿ ਜਾਏ। ਕੋਈ ਰਾਜਾ ਆਲਸੀ ਤੇ ਦਲਿਦਰੀ ਬਣ ਕੇ ਘਰ 'ਚ ਬਹਿ ਜੇ, ਏਦਾਂ ਕਹਿੰਦੇ ਸੂਰਜ ਦਾ ਤੇਜ ਮੰਦ ਹੋਇਆ। ਨਰ ਨਾਰਨ ਕੋ ਸੀਤ ਕਪਾਵਤ, ਹੁਣ ਸੂਰਜ ਦੀ ਜਦੋਂ ਧੁੱਪ, ਉਹਦੀ ਗਰਮੀ ਘਟ ਗਈ ਹੈ, ਉਹਦੇ ਨਾਲ ਜਿਤਨੇ ਨਰ ਨਾਰੀਆਂ ਨੇ ਠੰਡ ਦੇ ਠਾਰੇ ਦੇ ਨਾਲ ਠਰੂ ਠਰੂ ਕਰਦੇ ਆ। ਠੰਡ ਦੇ ਠਾਰੇ ਦੇ ਨਾਲ ਲੋਕ ਕੰਬਦੇ ਨੇ, ਉਹ ਠੰਡ ਉਹਨਾਂ ਨੂੰ ਦੁਖਦਾਈ ਹੋ ਰਹੀ ਹੈ। ਮ੍ਰਿਗ ਬਨਵਾਸੀ ਤਿਨੈ ਦੁਖਾਵਤ, ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਹਿਰਨ ਨੇ ਉਹ ਵੀ ਦੁਖੀ ਨੇ,
ਉਹ ਵੀ ਬਹੁਤ ਜ਼ਿਆਦਾ ਭਿਆਨਕ ਠੰਡ ਕਰਕੇ ਵਿਆਕੁਲ ਹਨ। ਕਾਹੂ ਸਮੇਂ ਨ੍ਰਿਪ ਹੋਏ ਬਿਨ ਜੋਰਾ। ਕਹਿੰਦੇ ਓਦਾਂ ਹੋਇਆ ਮਾਨੋ ਜਿਵੇਂ ਕੋਈ ਰਾਜਾ ਦਲਿਦਰੀ ਜਿਹਾ ਹੋ ਕੇ ਘਰ ਬਹਿ ਜੇ, ਨਿਰਜੋਰਾ ਹੋ ਜਾਏ। ਜਿਉਂ ਦੁਖ ਦੇ ਪ੍ਰਜਾ ਕੋ ਚੋਰਾ। ਤੇ ਚੋਰ ਪ੍ਰਜਾ ਨੂੰ ਦੁੱਖ ਦੇਣ ਲੱਗ ਪੈਂਦੇ। ਜੇ ਰਾਜਾ ਆਲਸੀ ਦਲਿਦਰੀ ਹੋ ਕੇ, ਨਿਰਜੋਰ ਹੋ ਕੇ, ਨਿਰਬਲ ਹੋ ਕੇ ਰਹਿ ਜਾਏ, ਫਿਰ ਜਿਹੜੇ ਚੋਰ ਹੁੰਦੇ ਨੇ, ਰਾਹ ਮਾਰ ਹੁੰਦੇ ਨੇ, ਉਹ ਫਿਰ ਪ੍ਰਜਾ ਨੂੰ ਦੁੱਖ ਦੇਣ ਲੱਗ ਪੈਂਦੇ ਆ ਵੀ ਰਾਜਾ ਕਿਹੜਾ ਕੁਝ ਕਹਿੰਦਾ, ਉਹ ਤਾਂ ਆਲਸੀ ਹੈ, ਦਲਿਦਰੀ ਹੈ। ਉਹ ਫਿਰ ਪ੍ਰਜਾ ਨੂੰ ਦੁੱਖ ਦੇਣ ਲੱਗ ਪੈਂਦੇ ਹਨ। ਏਦਾਂ ਸੂਰਜ ਦਾ ਤੇਜ ਜਦੋਂ ਮੰਦ ਹੋਇਆ ਤੇ ਜਿਹੜਾ ਪਾਲਾ ਹੈ ਨਾ, ਉਹ ਲੋਕਾਂ ਨੂੰ ਦੁੱਖ ਦੇ ਰਿਹਾ ਹੈ। ਨਿਸ ਦੀਰਘ ਮਹਲੇਤ ਨਿਹਾਲੀ। ਰਾਤ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਰੀਰ ਦੇ ਉੱਤੇ ਨਿਹਾਲੀ ਲੈਂਦੇ ਆ। ਨਿਹਾਲੀ ਕਿਹਨੂੰ ਕਹਿੰਦੇ ਆ? ਨਿਹਾਲੀ ਕਹਿੰਦੇ ਆ ਰਜਾਈ ਨੂੰ। ਨਿਹੰਗ ਸਿੰਘ ਕਹਿ ਦਿੰਦੇ ਨੇ ਅਫਲਾਤੂਨ। ਖਾਲਸੀ ਬੋਲੇ ਦੇ ਵਿੱਚ ਰਜਾਈ ਨੂੰ ਕਹਿ ਦਿੰਦੇ ਅਫਲਾਤੂਨ। ਗੁਰਬਾਣੀ ਦੇ ਵਿੱਚ ਰਜਾਈ ਨੂੰ ਪਾਤਸ਼ਾਹ ਨੇ ਨਿਹਾਲੀ ਲਿਖਿਆ। ਇੱਕ ਨਿਹਾਲੀ ਪੈ ਸਵਨ, ਨਿਹਾਲੀ ਨਾਮ ਰਜਾਈ ਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤਨ ਦੇ ਉੱਤੇ ਉਹ ਰਜਾਈ ਜਿਹੜੀ ਆ ਲੈ ਕੇ ਦਿਨ ਰਾਤ ਲੇਟੇ ਰਹਿੰਦੇ, ਬਿਰਾਜੇ ਰਹਿੰਦੇ ਹਨ। ਸੋਵੈ ਸੀਤ ਬਿਦਾਰ ਸੁਖਾਲੀ। ਔਰ ਕਹਿੰਦੇ ਜਿੰਨੇ ਲੋਕ ਨੇ ਉਹ ਵੀ ਸਰੀਰਾਂ ਦੇ ਉੱਤੇ ਰਜਾਈ ਲੈ ਕੇ ਦਿਨ ਰਾਤ ਸੁੱਖ ਦੇ ਨਾਲ ਠੰਡ ਤੋਂ ਬਚਦੇ ਹਨ। ਜਿਉ ਸਤਿਗੁਰ ਕੀ ਲੈ ਪਗ ਧੂਰੀ। ਕਹਿੰਦੇ ਇਹ ਜਿਵੇਂ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੈ ਕੇ ਭਵ ਸੰਕਟ ਸਿੱਖ ਕਰਹਿ ਦੂਰੀ। ਆਪਣੇ ਜਨਮ ਮਰਨ ਦੇ ਸੰਕਟਾਂ ਤੋਂ ਸਿੱਖ ਦੂਰ ਹੁੰਦਾ ਨਾ, ਏਦਾਂ ਰਜਾਈ ਲੈ ਕੇ ਲੋਕ ਠੰਡ ਤੋਂ ਬਚਦੇ ਐ, ਸੁਖੀ ਹੁੰਦੇ ਐ। ਇਸੇ ਤਰ੍ਹਾਂ ਸਿੱਖ ਆਪਣੇ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੈ ਕੇ ਜਨਮ ਤੇ ਮਰਨ ਦੇ ਦੁੱਖ ਤੋਂ ਬਚਦਾ, ਮੁਕਤ ਹੁੰਦਾ ਹੈ। ਆ ਤਪ ਖਰੀ ਸੁਹਾਏ ਸਰੀਰਾ। ਕਹਿੰਦੇ ਆਕਾਸ਼ ਵਿੱਚੋਂ ਕਦੇ ਕਦੇ ਸੂਰਜ ਦੀ ਧੁੱਪ ਚੜ੍ਹਦੀ ਹੈ ਤੇ ਠੰਡ ਦੇ ਮੌਸਮ ਕਰਕੇ ਉਹ ਕੜਕਦੀ ਹੋਈ ਧੁੱਪ ਸਰੀਰ ਨੂੰ ਸੁੱਖ ਦਿੰਦੀ ਹੈ। ਜਿਉ ਸਤ ਸੰਗਤ ਜਨ ਮਤ ਧੀਰਾ। ਕਹਿੰਦੇ ਜਿਵੇਂ ਸਾਧ ਸੰਗਤ ਵਿੱਚ ਜਾ ਕੇ ਸ਼ੁਭ ਮਤ ਪੈਦਾ ਹੁੰਦੀ ਹੈ, ਧੀਰਜ ਵਾਲੀ। ਤਨ ਨੂੰ ਕਹਿੰਦੇ ਏਦਾਂ ਸੂਰਜ ਦੀ ਗਰਮੀ ਧੁੱਪ ਸੁੱਖ ਦਿੰਦੀ ਹੈ, ਜਿਵੇਂ ਸਾਧ ਸੰਗਤ ਵਿੱਚ ਆ ਕੇ ਸ਼ੁਭ ਮਤ ਪੈਦਾ ਹੁੰਦੀ ਹੈ। ਸਤ ਸੰਗਤ ਕਰਨ ਵਾਲੇ ਸਤ ਸੰਗੀਆਂ ਦੇ ਅੰਦਰ ਧੀਰਜ ਵਾਲੀ ਮਤ ਉਤਪਨ ਹੁੰਦੀ ਹੈ। ਸੀਤਲ ਬਹਿ ਨੀਰ ਸਮੀਰਾ। ਔਰ ਠੰਡੀ ਠੰਡੀ ਹਵਾ ਚੱਲਦੀ ਹੈ, ਸਰਦ ਰੁੱਤ ਹੈ ਠੰਡ ਦੇ ਵਿੱਚ, ਪਾਲੇ ਦੇ ਵਿੱਚ। ਜੋ ਰੰਕਨ ਕੋ ਕਰਤ ਅਧੀਰਾ। ਉਹਨੇ ਜਿਹੜੀ ਠੰਡੀ ਹਵਾ ਚੱਲਦੀ ਹੈ ਗਰੀਬੜਿਆਂ ਨੂੰ ਬੜਾ ਦੁੱਖ ਦਿੰਦੀ ਹੈ। ਕਿਉਂ? ਗਰੀਬਾਂ ਦੇ ਸਰੀਰਾਂ ਦੇ ਉੱਤੇ ਤਨ ਕੱਜਣ ਨੂੰ ਕੱਪੜਾ ਨਹੀਂ ਹੁੰਦਾ ਤੇ ਠੰਡੀ ਚੱਲਣ ਵਾਲੀ ਸ਼ੀਤ ਲਹਿਰ ਉਹਨਾਂ ਦੇ ਹੱਡਾਂ ਨੂੰ ਤੋੜ ਕੇ ਰੱਖ ਦਿੰਦੀ ਹੈ। ਕਹਿੰਦੇ ਜਿਵੇਂ ਇਹ ਜਿਹੜੀ ਠੰਡੀ ਠੰਡੀ ਹਵਾ ਚੱਲਦੀ ਹੈ ਪਾਲੇ ਦੇ ਵਿੱਚ, ਇਹ ਗਰੀਬ ਲੋਕਾਂ ਦੇ ਵਾਸਤੇ ਜਿਨ੍ਹਾਂ ਕੋਲ ਤਨ ਕੱਜਣ ਨੂੰ ਕੱਪੜਾ ਨਹੀਂ ਹੁੰਦਾ ਮੋਟਾ, ਉਹਨਾਂ ਵਾਸਤੇ ਬੜੀ ਦੁਖਦਾਈ ਹੈ। ਜਿਉ ਬਿਨ ਸਤਿਗੁਰ ਤੇ ਰਖਵਾਰਾ। ਕਹਿੰਦੇ ਜਿਵੇਂ ਸਤਿਗੁਰੂ ਜੀ ਦੀ ਰੱਖਿਆ ਤੋਂ ਬਿਨਾਂ ਜੇ ਗੁਰੂ ਰੱਖਿਆ ਨਾ ਕਰੇ, ਜਗਿਆਸੀ ਕੋ ਕਰਤ ਬਿਕਾਰਾ। ਕਹਿੰਦੇ ਜਗਿਆਸੂ ਨੂੰ ਵਿਕਾਰ ਨਹੀਂ ਤੰਗ ਕਰਦੇ। ਜਿਵੇਂ ਵੇਖੋ ਭਾਈ ਸਾਹਿਬ ਨਾਲ ਨਾਲ ਉਹ ਠੰਡ ਦੀ ਰੁੱਤ ਦਾ ਵਰਣਨ ਕਰਕੇ ਨਾਲ ਨਾਲ ਇਹ ਸਿਧਾਂਤ ਦੱਸੀ ਜਾਂਦੇ ਆ। ਕਹਿੰਦੇ ਜਿਵੇਂ ਚੱਲ ਰਹੀ ਠੰਡੀ ਹਵਾ ਗਰੀਬ ਦੇ ਤਨ ਨੂੰ ਦੁੱਖ ਦਿੰਦੀ ਹੈ, ਇਸੇ ਤਰ੍ਹਾਂ ਜੇ ਸਿਰ ਦੇ ਉੱਤੇ ਗੁਰੂ ਦੀ ਰੱਖਿਆ ਨਾ ਹੋਵੇ ਤੇ ਜਗਿਆਸੂ ਦੇ ਮਨ ਨੂੰ ਉਹਦੇ ਵਿਕਾਰ ਜਿਹੜੇ ਨੇ ਉਹ ਤੰਗ ਕਰਦੇ ਆ। ਜੇ ਗੁਰੂ ਰੱਖਿਆ ਕਰੇ, ਗੁਰੂ ਦਾ ਨਿੱਘ ਪ੍ਰਾਪਤ ਹੋਵੇ, ਤਾਂ ਫਿਰ ਉਸ ਵਿਕਾਰਾਂ ਤੋਂ ਜਗਿਆਸੂ ਨੂੰ ਬੰਦ ਖਲਾਸੀ ਪ੍ਰਾਪਤ ਹੋ ਜਾਂਦੀ ਹੈ। ਆਸੇ ਮੰਤ ਰੁੱਤ ਮਹਿ ਜਗ ਕੰਤਾ। ਇਹੋ ਜੀ ਪਾਲੇ ਦੀ ਰੁੱਤ ਜਿਹੜੀ ਹੈ, ਇਹੋ ਜੀ ਜਿਹੜੀ ਕੱਕਰ ਦੀ ਰੁੱਤ ਹੈ, ਇਹਦੇ ਅੰਦਰ ਪਰੇ ਰਹਿ ਸੁਖ ਦਾਨੀ ਸੰਤਾ। ਸੁੱਖਾਂ ਦੇ ਦਾਨ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਰਹਿੰਦੇ ਨੇ ਪਲੰਘੇ ਉੱਤੇ। ਕਿਸ ਸਿਉ ਮਿਲੈ ਨਾ ਬੋਲੈ ਬਾਨੀ। ਸਤਿਗੁਰੂ ਜੀ ਨਾ ਕਿਸੇ ਨਾਲ ਮਿਲਦੇ ਨੇ
ਨਾ ਹੀ ਕਿਸੇ ਨਾਲ ਪਾਤਸ਼ਾਹ ਜੀ ਕੋਈ ਗੱਲਬਾਤ ਕਰਦੇ ਹਨ। ਰਹਿ ਇਕਾਂਕੀ ਗੁਣ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਜੀ ਬਹੁਤਾ ਸਮਾਂ ਇਕਾਂਤ ਵਿੱਚ ਹੀ ਬਤੀਤ ਕਰਦੇ ਨੇ। ਜੇ ਕੋਈ ਮਿਲ ਕੇ ਮਿਲਣ ਵਾਸਤੇ ਆ ਕੇ ਬਹਿ ਵੀ ਜਾਂਦਾ ਹੈ ਤਾਂ ਉਹ ਬਹਿ ਬਹਿ ਕੇ ਚਲਿਆ ਜਾਂਦਾ। ਸਤਿਗੁਰੂ ਜੀ ਉਹਦੇ ਨਾਲ ਕੋਈ ਗੱਲ ਨਹੀਂ ਕਰਦੇ, ਨਾ ਹੀ ਉਹਦੀ ਕੋਈ ਗੱਲ ਸੁਣਦੇ ਨੇ, ਬਿਲਕੁਲ ਅਬੋਲ ਰਹਿੰਦੇ ਹਨ। ਆਸ ਬਿਦ ਸੋ ਜੁਗ ਮਾਸ ਬਿਤਾਏ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਰਦੀ ਦੇ ਜਿਹੜੇ ਠੰਡ ਦੇ ਪਾਲੇ ਦੇ 2 ਮਹੀਨੇ ਹੁੰਦੇ, ਪੋਹ ਤੇ ਮਾਹ ਦੇ, ਉਹ ਪਾਤਸ਼ਾਹ ਜੀ ਨੇ ਬਤੀਤ ਕੀਤੇ। ਫਿਰ ਨ ਲੱਗੇ ਪੁੰਨ ਸਹਿਜ ਸੁਭਾਏ। ਜਦੋਂ ਇਹ ਠੰਡ ਦੀ ਰੁੱਤ ਗਈ ਨਾ ਤੇ ਪੋਹ ਮਾਹ ਦੇ ਮਹੀਨੇ ਤੋਂ ਬਾਅਦ ਫੱਗਣ ਆਇਆ ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਸੁੱਤੇ ਸਿੱਧ ਵਿਚਰਨ ਲੱਗ ਪਏ, ਬਾਹਰ ਅੰਦਰ ਜਾਣ ਲੱਗ ਪਏ। ਨਹੀਂ ਤਾਂ ਪਹਿਲਾਂ ਕਮਰੇ 'ਚ ਹੀ ਪਾਤਸ਼ਾਹ ਬਿਰਾਜੇ ਰਹਿਣਾ, ਹੁਣ ਮਹਾਰਾਜ ਜੀ ਵਿਚਰਨ ਲੱਗ ਪਏ ਨੇ ਬਾਹਰ ਨਗਰ ਦੇ ਵਿੱਚ। ਅਰੁਟ ਸੋ ਖਾਨ ਪਾਨ ਕੋ ਕਰਹੀ। ਪਹਿਲਾਂ ਭੋਜਨ ਨਹੀਂ ਸਨ ਛਕਦੇ, ਹੁਣ ਮਹਾਰਾਜ ਜੀ ਮਾਤਾ ਜੀ ਨੂੰ ਆਪ ਕਹਿੰਦੇ ਮਾਤਾ ਜੀ ਪ੍ਰਸ਼ਾਦਾ ਛਕਣਾ। ਮਾਂ ਨੂੰ ਚਾਅ ਚੜ ਜਾਣਾ ਵੀ ਮੇਰੇ ਲਾਲ ਨੇ ਭੋਜਨ ਮੰਗਿਆ। ਸਤਿਗੁਰੂ ਜੀ ਨੇ ਰੁਚੀ ਦੇ ਨਾਲ ਬੜੇ ਪਿਆਰ ਨਾਲ ਹੁਣ ਭੋਜਨ ਛਕਣਾ ਸ਼ੁਰੂ ਕਰ ਦਿੱਤਾ। ਨਹੀਂ ਤਾਂ ਪਹਿਲਾਂ ਮਾਤਾ ਜ਼ਬਰਦਸਤੀ ਭੋਜਨ ਛਕਾਉਂਦੀ ਤਾਂ ਮਹਾਰਾਜ ਜੀ ਛਕਦੇ ਸਨ। ਹੁਣ ਪਾਤਸ਼ਾਹ ਨੇ ਸੁਤੇ ਸਿੱਧ ਆਪ ਹੀ ਭੋਜਨ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ। ਮਾਤ ਬਿਲੋਕ ਹਰਖ ਉਰ ਧਰਹੀ। ਵੇਖ ਵੇਖ ਕੇ ਮਾਤਾ ਜੀ ਬੜੇ ਖੁਸ਼ ਹੋਏ ਵੀ ਮੇਰਾ ਪੁੱਤਰ ਹੁਣ ਅੱਗੇ ਨਾਲੋਂ ਠੀਕ ਹੋ ਰਿਹਾ। ਬਾਹਰ ਅੰਦਰ ਫਿਰਨ ਲੱਗ ਪਿਆ, ਪ੍ਰਸ਼ਾਦਾ ਟਾਈਮ ਸਿਰ ਛਕਣ ਲੱਗ ਪਿਆ ਤੋ ਮਾਤਾ ਜੀ ਬਹੁਤ ਜ਼ਿਆਦਾ ਖੁਸ਼ ਹੋਏ। ਜਾਨਤ ਭਈ ਅਨਾਮੰਗ ਤਨ ਕੋ। ਮਾਤਾ ਜੀ ਨੇ ਜਾਣਿਆ ਵੀ ਮੇਰੇ ਪੁੱਤਰ ਦਾ ਸਰੀਰ ਹੁਣ ਬਿਲਕੁਲ ਅਰੋਗ ਹੋ ਗਿਆ। ਮਾਤਾ ਤੇ ਸਮਝਦੀ ਸੀ ਵੀ ਸ਼ਾਇਦ ਕੋਈ ਨਾਨਕ ਨੂੰ ਰੋਗ ਲੱਗਾ ਹੋਇਆ, ਪਰ ਜਦੋਂ ਵੇਖਿਆ ਵੀ ਸਤਿਗੁਰੂ ਜੀ ਲੀਲਾ ਕਰਨ ਲੱਗ ਪਏ ਨੇ ਤੋ ਮਾਤਾ ਜੀ ਨੇ ਜਾਣ ਲਿਆ ਵੀ ਹੁਣ ਮੇਰਾ ਪੁੱਤਰ ਬਿਲਕੁਲ ਅਨਾਮੀ ਹੋ ਗਿਆ, ਯਾਨੀ ਕਿ ਅਰੋਗ ਹੋ ਗਿਆ। ਦੀਨੋ ਦਾਨ ਦੇ ਜਨ ਸਭ ਹਿਨ ਕੋ। ਮਾਤਾ ਜੀ ਨੇ ਦਾਨ ਪੁੰਨ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀਆਂ ਸੁਖਣਾ ਸੁਖੀਆਂ ਸੀ ਵੀ ਮੇਰਾ ਪੁੱਤ ਠੀਕ ਹੋਵੇਗਾ ਤੇ ਮੈਂ ਇਹ ਦਾਨ ਕਰਾਂਗੀ, ਇਹ ਸੁਖਣਾ ਪੂਰੀ ਕਰਾਂਗੀ, ਤੋ ਮਾਤਾ ਜੀ ਨੇ ਦਾਨ ਪੁੰਨ ਕੀਤਾ ਤੇ ਸੁਖਣਾ ਪੂਰੀਆਂ ਕੀਤੀਆਂ। ਸੁੰਦਰ ਬਸਤਰ ਨਵੀਨ ਬਣਾਏ। ਨਵੇਂ ਸੋਹਣੇ ਕੱਪੜੇ ਬਸਤਰ ਮਾਤਾ ਜੀ ਨੇ ਤਿਆਰ ਕਰਵਾਏ। ਸੁਤ ਕੋ ਜੁਤ ਦੁਲਾਰ ਪਹਿਰਾਏ। ਔਰ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਨਾਏ ਨੇ ਬੜੇ ਸੁੰਦਰ ਸਵੱਛ ਬਸਤਰ। ਬਾਦਨ ਸਦਨ ਸ਼ਬ ਪੁਨ ਪੁਨ ਦੇਖੀ। ਔਰ ਸਾਹਿਬ ਦੇ ਮੁਖ ਮੰਡਲ ਦੀ ਛਵੀ ਵੱਲ ਮਾਤਾ ਜੀ ਬਾਰ-ਬਾਰ ਨਿਹਾਰਦੇ ਨੇ, ਬਾਰ-ਬਾਰ ਸਤਿਗੁਰੂ ਜੀ ਦੇ ਮੁਖ ਮੰਡਲ ਵੱਲ ਵੇਖਦੇ ਹਨ। ਵੱਡ ਭਾਗਣ ਲਖ ਆਪ ਵਿਸੇਖੀ। ਜਾਣਿਆ ਮੇਰੇ ਭਾਗ ਵੱਡੇ ਹਨ, ਮੇਰੇ ਕਰਮ ਚੰਗੇ ਹਨ, ਮੇਰੇ ਕੋਈ ਪੂਰਬਲੇ ਜਨਮਾਂ ਦੇ ਭਾਗ ਸਵੱਲੇ ਹਨ ਕਿ ਮੈਨੂੰ ਐਸੇ ਪੁੱਤਰ ਦੀ ਪ੍ਰਾਪਤੀ ਹੋਈ ਹੈ। ਗਿਆ ਤਿਨ ਕੀ ਪੰਕਤ ਜਗ ਮੂਲਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸੰਬੰਧੀਆਂ ਵਿੱਚ ਵੀ ਜਾ ਕੇ ਬੈਠਣ ਉੱਠਣ ਲੱਗ ਪਏ। ਚਾਚੇ ਤਾਇਆਂ ਦੇ ਵਿੱਚ, ਉਹਨਾਂ ਦੇ ਅੱਗੇ ਬੱਚੇ ਨੇ ਜਿਹੜੇ, ਉਹਨਾਂ ਵਿੱਚ ਜਾ ਕੇ ਸਤਿਗੁਰੂ ਜੀ ਬੈਠਣ ਉੱਠਣ ਲੱਗ ਪਏ, ਉਹਨਾਂ ਨਾਲ ਗੱਲਬਾਤ ਕਰਨ ਲੱਗ ਪਏ। ਬੈਸਹਿ ਪੇ ਕਾਲੂ ਅਨਕੂਲਾ। ਜਿਵੇਂ ਪਿਤਾ ਜੀ ਦਾ ਮਨ ਚਾਹੁੰਦਾ ਸੀ ਨਾ ਕਿ ਪਿਤਾ ਜੀ ਸੋਚਦੇ ਸੀ ਵੀ ਮੇਰਾ ਪੁੱਤਰ ਇਦਾਂ ਕਰੇ, ਸਤਿਗੁਰੂ ਜੀ ਪਿਤਾ ਜੀ ਦੇ ਮਨ ਦੇ ਅਨੁਸਾਰ ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਵਿੱਚ ਬੈਠਣ ਉੱਠਣ ਲੱਗ ਪਏ ਹਨ। ਲੋਕ ਕਰੀਤ ਮਿਲਨ ਪੁਨ ਬੋਲਣਾ। ਜਿਹੜੀਆਂ ਲੋਕ ਰੀਤੀਆਂ ਹੁੰਦੀਆਂ ਨੇ ਵੀ ਆਪਸ ਵਿੱਚ ਮੇਲ ਚਾਲ ਰੱਖਣਾ, ਗੱਲਬਾਤ ਕਰਨੀ, ਉਹ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਦੇ ਹਨ। ਕਰਹੀ ਸਭ ਬਿਦਪੁਰ ਮੈਂ ਡੋਲਨ। ਸਾਰੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰਦੇ ਨੇ ਜਿਵੇਂ ਪਹਿਲਾਂ ਵਿਚਰਦੇ ਸਨ। ਸੰਬੰਧੀਆਂ ਨਾਲ ਮੇਲੇ ਗੇਲੇ ਕਰਨੇ, ਉਹਨਾਂ ਨਾਲ ਜਾ ਕੇ ਗੱਲਬਾਤ ਕਰਨੀ, ਬੈਠਣਾ ਉੱਠਣਾ, ਹਾਲ ਚਾਲ ਪੁੱਛਣਾ। ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਆਮ ਸਧਾਰਨ ਵਿਅਕਤੀ ਵਿਚਰਦੇ ਹੁੰਦੇ ਆ ਸਮਾਜ ਵਿੱਚ, ਏਦਾਂ ਸਤਿਗੁਰੂ ਜੀ ਵਿਚਰਨ ਲੱਗੇ ਹਨ। ਸੁੰਦਰ ਸੋਭਤ ਬੈਸ ਕਿਸ਼ੋਰਾ। ਕਿਸ਼ੋਰ ਅਵਸਥਾ ਵਿੱਚ ਪਾਤਸ਼ਾਹ ਜੀ ਚਲੇ ਗਏ ਨੇ। ਕਿਸ਼ੋਰ ਅਵਸਥਾ ਹੁੰਦੀ ਹੈ ਜਿਵੇਂ 15-16 ਸਾਲ ਦੀ, 14 ਸਾਲ ਦੀ ਉਮਰ ਤੋਂ ਉੱਪਰ ਦੀ ਜਿਹੜੀ ਅਵਸਥਾ, ਉਹਨੂੰ ਕਿਸ਼ੋਰ ਅਵਸਥਾ ਕਹਿੰਦੇ ਆ।
ਪਾਤਸ਼ਾਹ ਹੁਣ ਐਸੀ ਕਿਸ਼ੋਰ ਅਵਸਥਾ ਦੇ ਵਿੱਚ ਵਿਚਰ ਰਹੇ ਨੇ। ਗਿਰਾ ਮਿਰਦੁਲ ਮਧੁਰੀ ਚਿਤ ਚੋਰਾ। ਆਪਣੇ ਮੁਖ ਮੰਡਲ ਤੋਂ ਬੜੇ ਮਿਰਦੁਲ ਕੋਮਲ ਕੋਮਲ ਬਚਨ ਸਤਿਗੁਰੂ ਜੀ ਬੋਲਦੇ ਨੇ, ਜਿਨ੍ਹਾਂ ਅੰਮ੍ਰਿਤਮਈ ਬੋਲਾਂ ਦੇ ਨਾਲ ਸਤਿਗੁਰੂ ਜੀ ਆਪਣਿਆਂ ਸੇਵਕਾਂ ਦੇ ਮਨਾਂ ਨੂੰ ਚੁਰਾ ਲੈਂਦੇ ਹਨ, ਆਪਣਿਆਂ ਸੇਵਕਾਂ ਦੇ ਮਨਾਂ ਨੂੰ ਹਰ ਲੈਂਦੇ ਹਨ। ਲਲਿਤ ਬਿਲੋਚਨ ਦਲ ਉਤਪਲ ਸੇ। ਸਤਿਗੁਰੂ ਜੀ ਦੇ ਨੇਤਰ ਕਮਲ ਬੜੇ ਹੀ ਸੁੰਦਰ ਹਨ। ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ, ਏਦਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਅੱਖਾਂ ਦੇ ਉੱਤੇ ਜਿਹੜੀਆਂ ਪਲਕਾਂ ਨੇ, ਉਹ ਕਮਲ ਦੇ ਫੁੱਲ ਦੀਆਂ ਪੰਖੜੀਆਂ ਦੇ ਸਮਾਨ ਬੜੀਆਂ ਹੀ ਸੁੰਦਰ ਹਨ। ਤਾਰੇ ਸਿਆਮ ਗੰਟ ਕੀ ਸਿਲ ਸੇ। ਮਹਾਰਾਜ ਜੀ ਦੇ ਨੇਤਰਾਂ ਵਿੱਚ ਜਿਹੜੀਆਂ ਅੱਖਾਂ ਨੇ ਨਾ ਗੁਰਦੇਵ ਦੀਆਂ, ਉਹਨਾਂ ਅੱਖਾਂ ਵਿੱਚ ਜਿਹੜੀਆਂ ਕਾਲੇ ਕਾਲੇ ਰੰਗ ਦੀਆਂ ਝਿੰਮੀਆਂ ਹਨ, ਉਹ ਕਹਿੰਦੇ ਗੰਡਕਾ ਨਦੀ ਦੇ ਪੱਥਰ ਦੇ ਸਮਾਨ ਪ੍ਰਤੀਤ ਹੁੰਦੀਆਂ, ਬੜੀਆਂ ਸੁੰਦਰ ਕਾਲੇ ਰੰਗ ਦੀਆਂ ਹਨ। ਸੋਰਠਾ ਬਨੀ ਸੋ ਪ੍ਰਕੁਟੀ ਬੰਕ ਜਿਉ ਕਮਾਨ ਇਹ ਕਾਮ ਕੀ। ਮਹਾਰਾਜ ਜੀ ਦੇ ਨੇਤਰਾਂ ਦੇ ਉੱਪਰ ਜਿਹੜੀਆਂ ਭੌਹਾਂ ਹਨ, ਜਿਨ੍ਹਾਂ ਨੂੰ ਆਪਾਂ ਪਰਬੱਟੇ ਕਹਿੰਦੇ ਆ, ਉਹ ਭੌਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਿਵੇਂ ਕਮਾਨ ਹੁੰਦੀ ਹੈ ਨਾ, ਤੀਰ ਕਮਾਨ, ਉਸ ਕਮਾਨ ਦੇ ਸਮਾਨ ਬਹੁਤ ਸੁੰਦਰ ਹਨ। ਜਿਵੇਂ ਕਮਾਨ ਮੁੜੀ ਹੁੰਦੀ ਹੈ, ਏਦਾਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਭੌਹਾਂ ਹਨ। ਏਦਾਂ ਜਾਪਦਾ ਜਿਵੇਂ ਕਾਮਦੇਵ ਹੈ ਨਾ, ਬੜਾ ਸੁੰਦਰ, ਉਹਦੇ ਕੋਲ ਜਿਹੜਾ ਧਨਖ ਹੈ ਉਹਦੇ ਸਮਾਨ। ਇਹ ਕੇਵਲ ਉਦਾਹਰਣ ਦਾ ਇੱਕ ਪਕਸ਼ ਹੈ ਕਿ ਸੁੰਦਰਤਾ ਵਰਣਨ ਕਰਨ ਵਾਸਤੇ ਉਪਮਾ ਦਿੱਤੀ ਜਾ ਰਹੀ, ਇਹਨੂੰ ਉਪਮਾ ਅਲੰਕਾਰ ਕਹਿੰਦੇ ਹਨ। ਤੋ ਮਹਾਰਾਜ ਜੀ ਦੀਆਂ ਭੌਹਾਂ ਬਹੁਤ ਹੀ ਸੁੰਦਰ ਕਮਾਨ ਦੇ ਸਮਾਨ ਹਨ। ਕੀਦੋ ਇੰਦ ਅਕਲੰਕ ਸਾਧਨ ਤਾਸ ਮਹਿਰਾਵ ਸੀ। ਕਹਿੰਦੇ ਜਾਂ ਏਦਾਂ ਕਹਿ ਲਈਏ ਵੀ ਚੰਦ ਜੈਸਾ ਸੁੰਦਰ ਮੁਖੜਾ ਹੈ, ਔਰ ਚਾਨਣੀ ਜਿਹੜੀ ਆ ਉਹ ਚਾਰੇ ਪਾਸੇ ਫੈਲ ਰਹੀ ਹੈ, ਜਿਹੜੀ ਗੁਰੂ ਸਾਹਿਬ ਦੀ ਕੀਰਤੀ ਹੈ। ਗੁਰਦੇਵ ਦੀ ਕੀਰਤੀ ਰੂਪੀ ਚਾਨਣੀ ਉਹ ਚਾਰੇ ਪਾਸੇ ਫੈਲ ਰਹੀ ਹੈ। ਸੋਹਣਾ ਚੰਦਰਮਾ ਜੈਸਾ ਸੁੰਦਰ ਮੁਖ ਮੰਡਲ ਹੈ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਚੌਪਈ ਮੰਦ ਮੰਦ ਸੁੰਦਰ ਗਤ ਚਲਹੀ। ਸਤਿਗੁਰੂ ਜੀ ਬੜੀ ਸੋਹਣੀ ਸੋਹਣੀ ਚਾਲ, ਮਿੱਠੀ ਮਿੱਠੀ ਚਾਲ ਚੱਲਦੇ ਨੇ, ਸਹਿਜੇ ਸਹਿਜੇ ਟੁਰਦੇ ਹਨ। ਦਇਆ ਦ੍ਰਿਸ਼ਟ ਦੇਖੈ ਦੁਖ ਦਲਹੀ। ਜਿਸ ਵੱਲ ਵੀ ਆਪਣੀ ਦਇਆ ਭਰੀ ਦ੍ਰਿਸ਼ਟੀ ਨਾਲ ਵੇਖਦੇ ਨੇ, ਬਸ ਵੇਖਣ ਦੀ ਦੇਰੀ ਹੈ, ਉਹਦੇ ਦੁੱਖਾਂ ਦਾ ਨਾਸ਼ ਕਰਕੇ ਰੱਖ ਦਿੰਦੇ। ਜਿਸ ਵੱਲ ਵੇਖਦੇ ਆ ਉਹਦੇ ਸਾਰੇ ਦੁੱਖਾਂ ਨੂੰ ਦਲ ਕੇ ਰੱਖ ਦਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ। ਜਿਹਦੇ ਵੱਲ ਵੀ ਆਪਣੀ ਦਇਆ ਭਰੀ ਦ੍ਰਿਸ਼ਟੀ ਨਾਲ ਤੱਕਦੇ ਹਨ। ਨਿਜ ਇੱਛਾ ਬੇਦੀ ਕੁਲ ਕੇਤੂ। ਬੇਦੀਆਂ ਦੀ ਕੁਲ ਦੇ ਕੇਤੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੀ ਨਿਜ ਇੱਛਾ ਦੇ ਨਾਲ ਵਿਚਰ ਹੈ ਕੀਰਤਨ ਕਰਤ ਨਿਕੇਤੂ। ਸਾਹਿਬ ਜੀ ਆਪਣੀ ਇੱਛਾ ਦੇ ਨਾਲ ਵਿਚਰਦੇ ਨੇ, ਘਰ ਦਾ ਕੋਈ ਕੰਮਕਾਰ ਨਹੀਂ ਕਰਦੇ। ਆਪਣੀ ਜਿੱਥੇ ਇੱਛਾ ਹੁੰਦੀ, ਆਪਣੀ ਇੱਛਾ ਨਾਲ ਕਦੇ ਨਗਰ ਤੋਂ ਬਾਹਰ ਚਲੇ ਗਏ, ਕਦੇ ਆਪਣੇ ਕਿਸੇ ਮਿੱਤਰ ਦੇ ਨਾਲ ਬੈਠ ਕੇ ਵਿਚਨ ਵਿਚਲ ਬਿਲਾਸ ਕਰਨ ਲੱਗ ਪਏ, ਕਦੇ ਕਿਸੇ ਸੰਬੰਧੀ ਦੇ ਘਰ ਚਲੇ ਗਏ। ਏਦਾਂ ਸਤਿਗੁਰੂ ਜੀ ਆਪਣੀ ਨਿਜ ਇੱਛਾ ਨਾਲ ਵਿਚਰਦੇ ਨੇ। ਘਰ ਦਾ ਕੋਈ ਕੰਮਕਾਰ ਹਾਲੇ ਸਤਿਗੁਰੂ ਜੀ ਨਹੀਂ ਕਰਦੇ। ਐਸੇ ਕਿੰਚਤ ਕਾਲ ਬਿਤਾਇਓ। ਇਸ ਤਰ੍ਹਾਂ ਸਤਿਗੁਰੂ ਜੀ ਨੇ ਕੁਝ ਕੁ ਦਿਨ ਬਤੀਤ ਕੀਤੇ ਹਨ। ਜਗਤ ਉਧਾਰਨ ਹਿਤ ਜੋ ਆਇਓ। ਐਸੇ ਸਤਿਗੁਰੂ ਜੀ ਜਿਹੜੇ ਕੇਵਲ ਜਗਤ ਦੇ ਜੀਵਾਂ ਦੇ ਉਦਾਹਰਣੇ ਨਿਮਿਤ ਸੰਸਾਰ ਵਿੱਚ ਆਏ ਹਨ। ਸੰਸਾਰ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਸਮਾਤ ਲੋਕ ਵਿੱਚ ਆਏ ਹਨ। ਇੱਕ ਬਾਸੁਰ ਕਾਲੂ ਨਿਜ ਸਾਧਨਾ। ਇੱਕ ਦਿਨ ਦਾ ਬਚਨ ਹੈ ਕਿ ਪਿਤਾ ਮਹਿਤਾ ਕਾਲੂ ਜੀ ਆਪਣੇ ਘਰ ਵਿੱਚ ਸਨ। ਬੈਸ ਬੁਲਾਇਓ ਬਾਰਜ ਬਦਨਾ। ਕਮਲ ਬਦਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੇ ਕੋਲ ਬਿਠਾਇਆ। ਪਿਤਾ ਜੀ ਨੇ ਕੋਲ ਬਿਠਾ ਕੇ ਉਹਨਾਂ ਨਾਲ ਗੱਲਬਾਤ ਕੀਤੀ। ਦਰਬ ਕਮਾਵਨ ਸਿਖਵਨ ਹੇਤੂ। ਪਿਤਾ ਜੀ ਸਤਿਗੁਰੂ ਜੀ ਨੂੰ ਪੈਸਾ ਕਮਾਉਣ ਦੀਆਂ ਤਰਕੀਬਾਂ ਦੱਸਣ ਲੱਗੇ ਨੇ, ਜੁਗਤੀਆਂ ਦੱਸਣ ਲੱਗੇ ਨੇ ਵੀ ਧਨ ਕਿਵੇਂ ਕਮਾਈ ਦਾ, ਏਦਾਂ ਖੱਟੀ ਦਾ ਧਨ ਦੀ ਕਿੰਨੀ ਮਹਿਮਾ ਹੈ। ਪੈਸੇ ਬਿਨਾ ਨਹੀਂ ਕੋਈ ਪੁੱਤਰਾ ਪੁੱਛਦਾ ਸੰਸਾਰ ਦੇ ਵਿੱਚ। ਇਹ ਰਿਸ਼ਤੇਦਾਰ ਵੀ ਤਾਂ ਹੀ ਬੋਲਦੇ ਆ ਜੇ ਕੋਲ ਦੋ ਪੈਸੇ ਛਿੱਲੜ ਹੋਣ।
ਮਹਾਰਾਜ ਜੀ ਨੂੰ ਏਦਾਂ ਪਿਤਾ ਜੀ ਦੱਸ ਰਹੇ ਆ, ਐਸੇ ਸਤਿਗੁਰੂ ਜੀ ਜਿਹੜੇ ਸੰਸਾਰ ਦੀ ਸਾਰੀ ਮਾਇਆ ਦੇ ਪਤੀ ਨੇ, ਉਹਨਾਂ ਨੂੰ ਮਾਇਆ ਕਿਵੇਂ ਕਮਾਈ ਦੀ ਆ ਉਹਦੇ ਤਰੀਕੇ ਪਿਤਾ ਜੀ ਦੱਸਦੇ ਹਨ। ਨਿਕਟ ਬਸਾਇਓ ਕਿਰਪਾ ਨਿਕੇਤੂ, ਕਿਰਪਾ ਦੇ ਨਕੇਤ ਸਤਿਗੁਰੂ ਜੀ ਨੂੰ ਆਪਣੇ ਕੋਲ ਬਿਠਾਇਆ ਹੋਇਆ ਪਿਤਾ ਜੀ ਨੇ। ਪ੍ਰੀਤ ਚਿੰਤ ਮੈਂ ਸਾਨੀ ਬਾਨੀ, ਮਨ 'ਚ ਪ੍ਰੇਮ ਵੀ ਹੈ ਸਤਿਗੁਰਾਂ ਪ੍ਰਤੀ, ਪਰ ਚਿੰਤਾ ਵੀ ਹੈ। ਚਿੰਤਾ ਇਸ ਗੱਲ ਦੀ ਆ ਵੀ ਮੇਰਾ ਪੁੱਤਰ ਕਿਸੇ ਆਰੇ ਨਹੀਂ ਲੱਗਾ, ਕੰਮ ਨਹੀਂ ਲੱਗਾ, ਤੇ ਪ੍ਰੇਮ ਵੀ ਹੈ ਮਨ 'ਚ ਵੀ ਮੇਰਾ ਇੱਕੋ ਇੱਕ ਪੁੱਤਰ ਹੈ। ਪਿਤਾ ਜੀ ਜਿਹੜੀ ਗੱਲਬਾਤ ਕਰ ਰਹੇ ਨੇ ਨਾ, ਉਹਦੇ ਵਿੱਚ ਪ੍ਰੇਮ ਵੀ ਛਲਕ ਰਿਹਾ ਹੈ, ਉਹਦੇ ਵਿੱਚ ਉਹਨਾਂ ਦੇ ਚਿੱਤ ਦੀ ਚਿੰਤਾ ਵੀ ਪ੍ਰਗਟ ਹੋ ਰਹੀ ਹੈ। ਬੋਲਿਓ ਰੀਤ ਅਨੀਤ ਪਛਾਨੀ, ਜਿਹੜੀ ਅਨੀਤ ਹੈ ਉਹ ਰੀਤ ਨੂੰ ਪਛਾਣਦਿਆਂ ਹੋਇਆਂ ਪਿਤਾ ਜੀ ਬੋਲੇ, ਸੁਤ ਨਾਨਕ ਤੂੰ ਏਕ ਹਮਾਰੇ। ਕਹਿਣ ਲੱਗੇ, ਹੇ ਪੁੱਤਰ ਨਾਨਕ, ਤੂੰ ਇੱਕੋ ਇੱਕ ਸਾਡਾ ਬੱਚਾ ਹੈ। ਸਾਡੇ ਕੋਲ ਕਿਹੜਾ ਪੁੱਤਰਾਂ ਦਾ ਰੋਲ ਪਿਆ ਹੈ, ਤੂੰ ਇੱਕੋ ਇੱਕ ਸਾਡਾ ਸਾਹਿਬਜ਼ਾਦਾ, ਸਾਡਾ ਪੁੱਤਰ ਹੈ। ਨਹਿ ਦੂਸਰ ਜੋ ਕਾਜ ਸੰਭਾਰੇ, ਕੋਈ ਦੂਜਾ ਨਹੀਂ ਹੈ ਤੇਰੇ ਨਾਲ ਜਿਹੜਾ ਬਾਕੀ ਘਰ ਦੇ ਕੰਮਕਾਰ ਸੰਭਾਲ ਲਵੇ। ਦੂਜਾ ਤੇਰਾ ਭਰਾ ਹੁੰਦਾ, ਪੁੱਤ ਹੁੰਦਾ ਸਾਡਾ, ਤਾਂ ਉਹ ਵੀ ਘਰ ਦਾ ਕੰਮਕਾਰ ਸਾਂਭ ਲੈਂਦਾ। ਦੂਜਾ ਕੋਈ ਹੈ ਨਹੀਂ ਤੇਰੇ ਨਾਲ। ਤੁਮ ਨੈ ਤਜ ਦੀਨੋ ਅਸਰੀਤੂ, ਤੇ ਬੇਟਾ ਤੂੰ ਇੱਕੋ ਇੱਕ ਪੁੱਤਰ ਹੈ ਤੇ ਤੂੰ ਵੀ ਘਰ ਦੇ ਸਾਰੇ ਕੰਮਕਾਰ ਛੱਡ ਬੈਠਾ, ਘਰ ਦਾ ਕੋਈ ਕੰਮ ਨਹੀਂ ਕਰਦਾ। ਜਿਉ ਬੈਰਾਗ ਦਿੜ ਹੋਏ ਅਤੀਤੂ, ਤੂੰ ਇਹ ਸਭ ਕੁਝ ਤਿਆਗ ਕੇ ਏਦਾਂ ਹੋ ਗਿਆ ਜਿਵੇਂ ਕੋਈ ਪਰਮ ਵੈਰਾਗੀ ਹੋਵੇ। ਤੇਰੇ ਮਨ 'ਚ ਵੈਰਾਗ ਆ ਗਿਆ, ਕਿਸੇ ਪਦਾਰਥ ਵਾਲੇ ਪਾਸੇ ਤੇਰੀ ਰੁਚੀ ਨਹੀਂ, ਕਿਸੇ ਕੰਮ ਵਾਲੇ ਪਾਸੇ ਤੇਰਾ ਧਿਆਨ ਨਹੀਂ। ਤੂੰ ਆਪਣੇ ਮਨ ਦੇ ਵਿੱਚ ਪੁੱਤਰ ਨਾਨਕ ਵੈਰਾਗ ਵਾਲੀ ਦਸ਼ਾ ਬਣਾ ਲਈ ਹੈ। ਕਹੋ ਗ੍ਰਸਤ ਸਿਉ ਕਿਉਂ ਬਨ ਆਵੇ, ਬੇਟਾ ਇਹ ਦੱਸ ਵੀ ਗ੍ਰਸਤੀਆਂ ਨੂੰ ਏਦਾਂ ਕਿਵੇਂ ਬਣ ਆਉਂਦਾ ਜਿਵੇਂ ਤੁਸੀਂ ਕਰਦੇ ਹੋ। ਜਿਹੜਾ ਬੰਦਾ ਗ੍ਰਸਤੀ ਹੋਵੇ ਉਹ ਏਦਾਂ ਕਰੇ ਤੇ ਉਹਦਾ ਕਿਵੇਂ ਗੁਜ਼ਾਰਾ ਹੋਵੇਗਾ? ਗ੍ਰਸਤੀਆਂ ਨੂੰ ਏਦਾਂ ਕਿਵੇਂ ਬਣ ਸਕਦਾ ਹੈ? ਨਿਸਬਾ ਸੁਰ ਬਿਨ ਕਾਮ ਬਿਤਾਵੇ, ਕਿ ਰਾਤ ਦਿਨ ਕੰਮਕਾਰਾਂ ਦੇ ਵਿੱਚ ਹੀ ਆਪਣੇ ਸਮੇਂ ਨੂੰ ਬਤੀਤ ਕਰਨਾ, ਤਾਂ ਗ੍ਰਸਤੀਆਂ ਦੀ ਜੀਵਨ ਦੀ ਤਾਂ ਜਾ ਕੇ ਉਹਨਾਂ ਦੀ ਜੀਵਨ ਦਾ ਨਿਰਵਾਹ ਚੱਲਦਾ ਜੇ ਗ੍ਰਸਤੀ ਰਾਤ ਦਿਨ ਕੰਮ 'ਚ ਲੱਗੇ ਰਹਿਣ। ਮੁਝ ਜੀਵਤ ਜੇ ਲੇਤ ਸੰਭਾਰੀ, ਇਹ ਪੁੱਤਰ ਜੇ ਮੇਰੇ ਜੀਵਦਿਆਂ ਤੁਸੀਂ ਇਹ ਸਾਰੇ ਘਰ ਦੀ ਜ਼ਿੰਮੇਵਾਰੀ ਸੰਭਾਲ ਲਵੋ, ਘਰ ਦੇ ਸਾਰੇ ਕੰਮ ਧੰਦੇ ਤੁਸੀਂ ਸੰਭਾਲ ਲਵੋ, ਹਉ ਜਾਣਤ ਸੁਤ ਹੋਇ ਸੁਖਕਾਰੀ, ਤੇ ਮੈਂ ਵੀ ਜਾਣਾਂਗਾ ਵੀ ਪੁੱਤਰ ਏਦਾਂ ਦੇ ਸੁੱਖ ਦਿੰਦੇ ਆ, ਵੀ ਪੁੱਤਰ ਏਦਾਂ ਆਪਣੇ ਪਿਓ ਨੂੰ ਸੁੱਖ ਦਿੰਦੇ ਆ। ਜੇ ਪੁੱਤਰ ਤੁਸੀਂ ਮੇਰੇ ਜਿਉਂਦਿਆਂ ਜੀ ਸਾਂਭ ਲਓ ਸਾਰਾ ਕੁਝ, ਤੇ ਮੈਂ ਵੀ ਪੁੱਤਰ ਦਾ ਸੁੱਖ ਪ੍ਰਾਪਤ ਕਰ ਲਾਂਗਾ ਜਿਉਂਦਿਆਂ ਜੀ। ਤੁਝ ਜਨਮਤ ਮਨ ਭਾ ਪਰਵਾਸਾ, ਪੁੱਤਰ ਜੀ ਜਦੋਂ ਤੁਹਾਡਾ ਜਨਮ ਹੋਇਆ ਸੀ ਨਾ ਕੱਤਕ ਦੀ ਪੂਰਨਮਾਸ਼ੀ ਨੂੰ, ਮੇਰੇ ਮਨ 'ਚ ਬੜਾ ਭਰੋਸਾ ਬੱਝਾ ਸੀ, ਮੇਰੇ ਮਨ ਨੂੰ ਬੜੀ ਖੁਸ਼ੀ ਹੋਈ ਸੀ। ਨਾਨਕ ਕਰ ਹੈ ਨਾਮ ਪ੍ਰਕਾਸ਼ਾ, ਕਿਉਂਕਿ ਪੰਡਤ ਹਰਦਿਆਲ ਨੇ ਵੀ ਕਿਹਾ ਸੀ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਸੀ ਵੀ ਮੇਰਾ ਪੁੱਤਰ ਨਾਨਕ ਵੱਡਾ ਹੋ ਕੇ ਮੇਰੇ ਨਾਂ ਦਾ ਸਾਰੇ ਸੰਸਾਰ 'ਚ ਪ੍ਰਕਾਸ਼ ਕਰੇਗਾ, ਮੇਰੇ ਨਾਂ ਨੂੰ ਚਾਰ ਚੰਨ ਲਾਏਗਾ। ਮੇਰੇ ਮਨ 'ਚ ਇਸ ਗੱਲ ਦੀ ਖੁਸ਼ੀ ਸੀ। ਦਰਬ ਕਮਾਵਨ ਮੈਂ ਜਸ ਮੇਰੋ, ਕਿ ਪੈਸਾ ਕਮਾਵੇਗਾ ਮੇਰਾ ਪੁੱਤਰ, ਉਹਦੇ ਨਾਲ ਮੇਰਾ ਵੀ ਜਸ ਹੋਵੇਗਾ, ਕਿਉਂਕਿ ਪੈਸੇ ਨਾਲ ਸੰਸਾਰ 'ਚ ਸੋਭਾ ਹੁੰਦੀ ਹੈ। ਮੇਰੀ ਵੀ ਜੇ 20 ਪਿੰਡਾਂ ਦੇ ਵਿੱਚ ਸੋਭਾ ਹੈ, ਤੇ ਪੁੱਤਰ ਧਨ ਕਰਕੇ ਆ ਵੀ ਮੈਂ ਧਨ ਕਮਾਉਣਾ, ਤੇ ਮੇਰੇ ਕੋਲ ਘਰ ਵਿੱਚ ਸਭ ਕੁਝ ਹੈ, ਤੇ ਵੇਖ ਮੇਰੀ ਕਿੰਨੀ ਸੋਭਾ ਤੇ ਜਸ ਹੈ। ਜਾਣੈ ਸਭ ਪੁਰ ਮਾਹੇ ਕਨੇਰੋ, ਸਾਰੇ ਨਗਰਾਂ ਦੇ ਵਿੱਚ ਮੇਰੀ ਸੋਭਾ ਹੈ ਕਿ ਪਟਵਾਰੀ ਮਹਿਤਾ ਕਾਲੂ ਦੇ ਕੋਲ ਚੰਗਾ ਪੈਸਾ ਹੈ, ਘਰ ਵਿੱਚ ਧਨ ਦੌਲਤ ਸਭ ਕੁਝ ਹੈ। ਆ ਵੇਖ ਕਿਵੇਂ ਲੋਕ ਮੇਰਾ ਸਤਿਕਾਰ ਕਰਦੇ ਨੇ, ਕਿਵੇਂ ਮੇਰਾ ਜਸ ਕਰਦੇ ਨੇ। ਬੇਟਾ ਇਹ ਸਾਰੀ ਵਡਿਆਈ ਜਸ ਪੈਸੇ ਨਾਲ ਪ੍ਰਾਪਤ ਹੁੰਦੀ ਹੈ। ਜਿਮ ਰਾਂਕਾ ਕੋ ਇੰਦਨ ਨਿਹਾਰੀ, ਤੇ ਮੇਰੀ ਇੰਨੀ ਸੋਭਾ, ਕਹਿੰਦੇ ਜਿਵੇਂ ਚੰਦਰਮਾ ਦੀ ਚਾਨਣੀ ਹੁੰਦੀ ਹੈ,
ਉਦਾਂ ਮੇਰੀ ਸੋਭਾ ਹੈ ਸਾਰੇ ਪਾਸੇ ਚੰਨ ਵਾਂਗੂ। ਦੇਖ ਸਰਾਹੈ ਸਭ ਨਰ ਨਾਰੀ। ਸਾਰੇ ਲੋਕ ਸਲਾਘਾ ਕਰਦੇ ਨੇ, ਉਪਮਾ ਕਰਦੇ ਨੇ, ਜਿਵੇਂ ਪੂਰਨਮਾਸ਼ੀ ਦੇ ਚੰਨ ਨੂੰ ਵੇਖ ਕੇ ਲੋਕ ਚੰਨ ਦੀ ਉਪਮਾ ਕਰਦੇ ਨੇ, ਏਦਾਂ ਮੇਰੀ ਸੋਭਾ ਹੈ ਸਾਰੇ ਪਾਸੇ। ਰਾਹੋ ਸਰਸ ਤੂੰ ਭਾ ਕਰ ਮਾਹੀ। ਮੇਰੀ ਚੰਦਰਮਾ ਵਰਗੀ ਸੋਭਾ ਹੈ ਸਾਰੇ ਸੰਸਾਰ 'ਚ ਮੇਰਾ ਜਸ ਹੈ। ਪਰ ਬੇਟਾ ਤੂੰ ਮੇਰੇ ਘਰ ਦੇ ਵਿੱਚ ਰਾਹੂ ਬਣ ਕੇ ਜੰਮਿਆ। ਰਾਹੂ ਚੰਨ ਨੂੰ ਆ ਕੇ ਜਦੋਂ ਕੱਜ ਲੈਂਦਾ ਤੇ ਉਹਦੀ ਸਾਰੀ ਸੋਭਾ ਨੂੰ ਢੱਕ ਲੈਂਦਾ। ਨਾਲੇ ਪਿਤਾ ਜੀ ਪ੍ਰੇਮ ਨਾਲ ਗੱਲ ਕਰਦੇ ਆ, ਨਾਲ ਇਦਾਂ ਵੀ ਕਹੀ ਜਾਂਦੇ ਆ ਵੀ ਤੂੰ ਮੇਰੇ ਘਰ ਦੇ ਵਿੱਚ, ਮੇਰੀ ਸੋਭਾ ਤਾਂ ਚੰਨ ਵਰਗੀ ਸੀ, ਪਰ ਤੂੰ ਮੇਰੇ ਘਰ ਦੇ ਵਿੱਚ ਰਾਹੂ ਬਣ ਕੇ ਜੰਮਿਆ। ਜਿਹੜੀ ਮਾੜੀ ਮੋਟੀ ਸੋਭਾ ਸੀ, ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ ਕਿ ਕਾਲੂ ਦਾ ਜਿਹੜਾ ਪੁੱਤਰ ਹੈ ਉਹ ਤਾਂ ਭੋਲਾ ਹੈ ਜੀ, ਉਹਦੀ ਤਾਂ ਅਕਲ ਕੋਈ ਨਹੀਂ ਜੀ, ਉਹ ਤਾਂ ਘਰ ਦਾ ਸਮਾਨ ਉਜਾੜਨ ਵਾਲਾ ਹੈ। ਆ ਵੇਖ ਜਿਹੜੀ ਮੇਰੀ ਮਾੜੀ ਮੋਟੀ ਸੋਭਾ ਸੀਗੀ ਪਹਿਲਾਂ, ਉਹ ਵੀ ਤੇਰੇ ਕਰਕੇ ਜਾਂਦੀ ਰਹੀ ਹੈ। ਸਭ ਵਿਦ ਮੰਦ ਭਗ ਕਰਤ ਪਾਤਾਈ। ਮੇਰੀ ਜਿਹੜੀ ਵਡਿਆਈ ਸੀ ਉਹ ਹਰ ਪੱਖ ਤੋਂ ਨਾਨਕ ਤੋਂ ਮੰਦ ਕਰਕੇ ਰੱਖ ਦਿੱਤੀ ਹੈ। ਏਕ ਨ ਮਤ ਮਨ ਬਨਜ ਕਰਨ ਕੀ। ਤੇਰੇ ਵਿੱਚ ਇੱਕ ਵੀ ਗੱਲ ਨਹੀਂ ਕਦੇ ਆਉਂਦੀ ਵੀ ਕਦੇ ਕੋਈ ਮਾੜਾ ਮੋਟਾ ਪੈਸਾ ਕਮਾਉਣ ਦਾ, ਕੋਈ ਵਪਾਰ ਕਰਨ ਦਾ ਕੋਈ ਤਰੀਕਾ, ਵੀ ਤੇਰੇ ਦਿਮਾਗ 'ਚ ਕਦੇ ਆਉਂਦੀ ਨਹੀਂ ਕੋਈ ਗੱਲ ਵੀ ਮੈਂ ਇਦਾਂ ਪੈਸਾ ਕਮਾਵਾਂ ਜਾਂ ਇਦਾਂ ਧਨ ਕਮਾਵਾਂ। ਤੇਰੀ ਉਮਰ ਦੇ ਬੱਚੇ ਜਾ ਕੇ ਵਪਾਰ ਕਰਦੇ ਆ, ਉਹ ਕਮਾਈਆਂ ਕਰਦੇ ਆ, ਤੇਰੇ ਦਿਮਾਗ 'ਚ ਨਹੀਂ ਕਦੇ ਆਉਂਦੀ। ਪਿਤਾ ਜੀ ਕਹਿੰਦੇ ਤੈਨੂੰ ਨਹੀਂ ਕਦੇ ਅਕਲ ਆਉਂਦੀ ਵੀ ਮੈਂ ਵੀ ਪੈਸਾ ਕਮਾਵਾਂ, ਧਨ ਕਮਾਵਾਂ। ਬਹੁਰ ਨਖਤਰੀ ਰੀਤ ਵਰਨ ਕੀ। ਫਿਰ ਜਿਹੜੀ ਸਾਡੇ ਖੱਤਰੀਆਂ ਦੀ ਵਰਣ ਦੀ ਰੀਤ ਹੁੰਦੀ ਹੈ, ਵਪਾਰ ਵਗੈਰਾ ਕਰਨਾ, ਦੁਕਾਨਦਾਰੀਆਂ ਕਰਨੀਆਂ, ਬਜਾਜੀ ਕਰਨੀ, ਕੱਪੜੇ ਆਦਿਕ ਵੇਚਣੇ, ਆ ਜਿਹੜਾ ਸਾਡੀ ਜਿਹੜੀ ਖੱਤਰੀਆਂ ਦੀ ਰੀਤ ਹੁੰਦੀ ਹੈ ਵਪਾਰ ਵਗੈਰਾ ਕਰਨ ਦੀ, ਹਾਰਿਓ ਅਨਕ ਵਿਦਨ ਮਤ ਦੇ ਤੂੰ ਉਹ ਵੀ ਨਹੀਂ ਕਰਦਾ। ਮੈਂ ਤਾਂ ਤੈਨੂੰ ਅਕਲ ਦੇ ਦੇ ਕੇ ਹਾਰ ਗਿਆ ਪੁੱਤਰ। ਕਿੰਨਾ ਕੁ ਚਿਰ ਆਖਦਾ ਰਹਾਂਗਾ, ਮੈਂ ਕਿੰਨਾ ਕੁ ਚਿਰ ਬਹਿ ਰਹਿਣਾ ਹੋਰ ਭਲਾ ਇਸ ਸੰਸਾਰ ਦੇ ਵਿੱਚ, ਤੇ ਮੈਂ ਤੈਨੂੰ ਕਿੰਨਾ ਕੁ ਚਿਰ ਤੱਕ ਸਮਝਾਉਂਦਾ ਰਹਾਂਗਾ। ਕਬ ਹੈ ਕਮਾਏ ਨਾ ਲਿਆਏ ਨਕੇਤੂ। ਪੁੱਤਰ ਕਦੇ ਤਾਂ ਮੈਨੂੰ ਉਹ ਦਿਨ ਵਿਖਾ ਕੇ ਤੂੰ ਵੀ ਕਮਾਈ ਕਰਕੇ ਲਿਆਵੇਂ ਤੇ ਮੇਰੀ ਤਲੀ ਤੇ ਧਰੇ ਤੇ ਮੈਨੂੰ ਖੁਸ਼ੀ ਹੋਵੇ ਵੀ ਮੇਰਾ ਪੁੱਤ ਕਮਾਈ ਕਰਕੇ ਲਿਆਇਆ। ਅੱਜ ਤਾਈਂ ਤਾਂ ਵਿਜਾੜ ਕੇ ਹੀ ਆਇਆ ਜੋ ਕੁਝ ਸੀਗਾ ਮੇਰੇ ਕੋਲ ਘਰ ਵਿੱਚ। ਕਦੇ ਮੇਰੀ ਵੀ ਜ਼ਿੰਦਗੀ 'ਚ ਉਹ ਦਿਨ ਆਊਗਾ ਜਦੋਂ ਤੂੰ ਕਮਾਈ ਕਰਕੇ ਲਿਆ ਕੇ ਮੇਰੀ ਤਲੀ ਤੇ ਧਰੇਗਾ। ਜਾਨਕ ਬਚਨ ਤੂੰ ਸਨ ਕਰ ਸੁਨੀਆ। ਪਿਤਾ ਜੀ ਦੇ ਇੱਕ ਇੱਕ ਵਾਕ ਨੂੰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਚੁੱਪਚਾਪ ਸੁਣਿਆ ਕਿ ਇੱਕ ਪੁੱਤਰ ਆਪਣੇ ਪਿਤਾ ਦੇ ਸਨਮੁਖ ਕਿਵੇਂ ਹੋ ਕੇ ਰਹੇ, ਉਹ ਵੀ ਸਿੱਖਿਆ ਪਾਤਸ਼ਾਹ ਸਿਖਾ ਰਹੇ ਨੇ। ਪੁੱਤਰ ਧਰਮ ਧਨ ਆਦਿਕ ਕਮਾਉਣ ਵਾਸਤੇ ਪਾਤਸ਼ਾਹ ਨਹੀਂ ਆਏ, ਉਹ ਇੱਕ ਪਿਤਾ ਜੀ ਦੀ ਮਮਤਾ ਹੈ। ਪਰ ਇੱਕ ਪਿਤਾ ਦੇ ਸਨਮੁਖ ਉਹਦਾ ਅਦਬ ਕਿਵੇਂ ਰੱਖਣਾ ਹੈ, ਉਹਦਾ ਸਤਿਕਾਰ ਪੁੱਤਰ ਨੇ ਕਿਵੇਂ ਕਰਨਾ ਹੈ, ਉਹ ਇੱਥੇ ਵੱਡੀ ਸਿੱਖਿਆ ਮਹਾਰਾਜ ਜੀ ਸਿਖਾ ਰਹੇ ਨੇ। ਕਦੇ ਇਹ ਨਹੀਂ ਆਖਿਆ ਜਿਵੇਂ ਅੱਜ ਕੱਲ ਦੇ ਬੱਚੇ ਝੱਟ ਪਿਓ ਦੇ ਸਾਹਮਣੇ ਬੋਲਦਿਆਂ ਕਹਿੰਦੇ ਆ ਤੂੰ ਕੀ ਕੀਤਾ ਸਾਡੇ ਵਾਸਤੇ। ਉਹ ਜੇ ਕਹਿ ਦੇਵੇ ਵੀ ਤੂੰ ਸਾਡੀ ਕੁੱਲ ਦੇ ਵਿੱਚ ਜੰਮ ਕੇ ਰਾਹੂ ਬਣ ਕੇ ਆਇਆ, ਝੱਟ ਅੱਗੋਂ ਅੱਗ ਦਾ ਭੰਬੂੜਾ ਹੋਏ, ਚਲਗਾ ਮੈਂ ਚੱਲਿਆ। ਡਰਾਵੇ ਦਿੰਦੇ ਆ, ਧਮਕੀਆਂ ਦਿੰਦੇ ਆ ਕਈ ਪ੍ਰਕਾਰ ਦੀਆਂ। ਮਾਂ ਬਾਪ ਵੀ ਇਹੋ ਜਿਹੇ ਪੁੱਤਰਾਂ ਤੋਂ ਫਿਰ ਸਹਿਮ ਕੇ ਰਹਿੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਪੁੱਤਰ ਦਾ ਧਰਮ ਕੀ ਹੈ ਕਿ ਆਪਣੇ ਪਿਤਾ ਦੇ ਸਨਮੁਖ ਕਿਵੇਂ ਉਹ ਰਹੇ ਨੇਤਰ ਨੀਵੇਂ ਕਰਕੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸਿਖਾ ਰਹੇ ਨੇ। ਹਾਲਾਂਕਿ ਪਿਤਾ ਜੀ ਨੇ ਆਪਣੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕੋਈ ਘੱਟ ਨਹੀਂ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ। ਪਿਤਾ ਜੀ ਇਦਾਂ ਕਿਉਂ ਕਹਿੰਦੇ ਹੋ ਮੈਂ ਰਾਹੂ ਹਾਂ, ਜਾਂ ਇਦਾਂ ਕਿਉਂ ਕਹਿੰਦੇ ਹੋ ਮੈਂ ਮਖੱਟੂ ਹਾਂ। ਬਹੁਤ ਕੁਝ ਆਖਿਆ ਪਿਤਾ ਜੀ ਨੇ, ਪਰ ਪਿਤਾ ਦੇ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਬਿਲਕੁਲ ਚੁੱਪ ਰਹੇ। ਦੁਨੀਆ ਦੇ ਹਰ ਇੱਕ ਪੁੱਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਇਹ ਸਿੱਖਿਆ ਦੇ ਰਹੇ ਨੇ, ਪ੍ਰੇਰਨਾ ਦੇ ਰਹੇ ਨੇ। ਜਿਉ ਅਡੋਲ ਬੈਠੇ ਵੱਡ ਮੁਨੀਆਂ। ਜਿਵੇਂ ਕੋਈ ਵੱਡਾ ਮੁਨੀ ਅਡੋਲ ਹੋ ਕੇ ਬੈਠਾ ਹੁੰਦਾ ਨਾ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਹੋ ਕੇ ਬੈਠੇ ਨੇ। ਬਹੁ ਬਿਦ ਕੀ ਕਹਿ ਗਿਰਾ ਕਠੋਰਾ। ਪਿਤਾ ਜੀ ਨੇ ਬੜੀਆਂ ਕਠੋਰ ਸ਼ਬਦਾਵਲੀ ਦੇ ਸ਼ਬਦ ਵੀ ਕਹੇ, ਬੜੇ ਕਰੜੇ ਕਰੜੇ ਬੋਲ ਵੀ ਕਹੇ। ਤੂੰ ਸਨ ਭਾ ਜਿਸ ਰੋਸ ਨ ਥੋਰਾ। ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਚੁੱਪ ਨੇ। ਪਿਤਾ ਜੀ ਦੇ ਮਨ 'ਚ ਜਿਵੇਂ ਜਿਵੇਂ ਬੋਲੀ ਜਾਂਦੇ, ਸਤਿਗੁਰੂ ਜੀ ਅੱਗੋਂ ਬੋਲਦੇ ਨਹੀਂ, ਪਿਤਾ ਜੀ ਹੋਰ ਗੁੱਸੇ 'ਚ ਆਈ ਜਾਂਦੇ, ਹੋਰ ਗੁੱਸੇ ਵਿੱਚ ਆ ਕੇ ਬੋਲਦੇ ਹਨ। ਘਟ ਕਾ ਜੁਗਲ ਬਤੀਤੀ ਜਬਹੀ। ਇਦਾਂ ਤਕਰੀਬਨ 2 ਘੜੀਆਂ ਬੀਤ ਗਈਆਂ, ਯਾਨੀ ਕਿ 48 ਮਿੰਟ ਦਾ ਸਮਾਂ ਬੀਤ ਗਿਆ। ਤਪਤ ਰਿਦਾਸੀ ਤਲਪਾ ਤਬਹੀ। ਹੁਣ ਕਿੰਨਾ ਕੁ ਬੋਲਦੇ, ਅਖੀਰ ਨੂੰ ਇੱਕ ਬੰਦਾ ਚੁੱਪ ਕਰ ਜੇ, ਦੂਜਾ ਬੋਲੀ ਜੇ, ਅਖੀਰ ਨੂੰ ਉਹ ਵੀ ਚੁੱਪ ਕਰ ਹੀ ਜਾਂਦਾ, ਫਿਰ ਉਹਦਾ ਵੀ ਮਨ ਦਾ ਗੋਬਰ ਜਿਹਾ ਨਿਕਲ ਜਾਂਦਾ ਤੇ ਮਨ ਸ਼ਾਂਤ ਹੋ ਜਾਂਦਾ। 2 ਘੜੀਆਂ ਬਾਅਦ ਪਿਤਾ ਜੀ ਦਾ ਮਨ ਵੀ ਨਾ ਬੋਲ ਬੁਲਾ ਕੇ ਜਦੋਂ ਸ਼ਾਂਤ ਜਿਹਾ ਹੋ ਗਿਆ, ਬਾਹਰੋਂ ਬੋਲੇ ਬੋਲੇ ਅਮੋਲਾ। ਸਤਿਗੁਰੂ ਜੀ ਹੁਣ ਬੋਲੇ। ਹੁਣ ਵੇਖਿਆ ਵੀ ਪਿਤਾ ਜੀ ਦਾ ਮਨ ਸ਼ਾਂਤ ਹੈ। ਸਾਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣ ਬੋਲੇ ਹਨ। ਪਿਤਾ ਜੀ ਨੂੰ ਜਦੋਂ ਅਮੋਲਕ ਬੋਲ ਕੇ ਕਹਿਣ ਲੱਗੇ, ਜਨ ਕਾਲੂ ਸੁਖ ਕੁਲਫੈ ਖੋਲਾ। ਉਹ ਬੋਲੇ ਨੇ ਮਾਨੋ ਜਿਨ੍ਹਾਂ ਬੋਲਾਂ ਨਾਲ ਪਿਤਾ ਮਹਿਤਾ ਕਾਲੂ ਜੀ ਦੇ ਸੁੱਖਾਂ ਦਾ ਜੰਦਰਾ ਖੁੱਲ ਜਾਣਾ। ਕੁਲਫ ਕਹਿੰਦੇ ਆ ਜੰਦਰੇ ਨੂੰ। ਉਹ ਬੋਲੇ ਮੇਰੇ ਸਾਹਿਬ ਨੇ, ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮਾਨੋ ਪਿਤਾ ਜੀ ਦੇ ਅੰਦਰ ਜਿਹੜੇ ਸੁੱਖਾਂ ਦੇ ਘਰ ਨੂੰ ਤਾਲਾ ਲੱਗਾ ਹੋਇਆ ਨਾ, ਉਹ ਤਾਲਾ ਖੁੱਲ ਜਾਣਾ ਸੁੱਖਾਂ ਦੇ ਘਰ ਦਾ। ਬਖਸ਼ ਖਤਾ ਪਿਤ ਪਾਛਲ ਕੇਰੀ। ਆਹਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀ ਗਲਤੀ ਮੇਰੇ ਸਾਹਿਬ ਨੇ ਕੀਤੀ ਹੈ, ਕੀ ਖਤਾ ਕੀਤੀ ਹੈ? ਕੋਈ ਨਹੀਂ ਨਾ ਕੀਤੀ। ਫਿਰ ਵੀ ਕਹਿੰਦੇ ਪਿਤਾ ਜੀ ਮੇਰੇ ਕੋਲੋਂ ਜਿਹੜੀਆਂ ਕੁਝ ਪਹਿਲਾਂ ਖਤਾਵਾਂ ਹੋ ਗਈਆਂ ਨੇ ਉਹ ਬਖਸ਼ ਦਿਓ। ਬਸ ਇਹ ਵੇਖੋ ਪ੍ਰੈਕਟੀਕਲ ਕਰਕੇ ਸਤਿਗੁਰੂ ਸਮਝਾਉਂਦੇ ਆ ਕਿ ਕਿਵੇਂ ਪਿਤਾ ਦਾ ਮਨ ਸ਼ਾਂਤ ਹੋ ਜਾਂਦਾ। ਪੁੱਤਰ ਝੱਟ ਆਪਣੀ ਗਲਤੀ ਮੰਨ ਲੈ, ਠੀਕ ਹੈ ਪਿਤਾ ਜੀ ਮੇਰੀ ਗਲਤੀ, ਮੈਂ ਖਿਮਾ ਯਾਚਨਾ ਕਰਦਾ, ਉੱਥੇ ਹੀ ਸਾਰੀ ਸਮੱਸਿਆ ਸ਼ਾਂਤ ਹੋ ਜਾਂਦੀ ਹੈ। ਪਰ ਤੈਨੂੰ ਕੀ ਪਤਾ ਅੱਜ ਕੱਲ ਹੋਰ ਸਮਾਂ, ਤੇਰੇ ਵੇਲੇ ਬਾਪੂ ਹੋਰ ਕੰਮ ਹੁੰਦਾ ਸੀ ਤੇ ਬਾਪੂ ਵੀ ਅੱਗੋਂ ਸੋਚਦਾ ਪੁੱਤਰ ਚੰਦ ਤਾਰੇ ਤਾਂ ਉਹੀ ਨੇ ਨਾ, ਉਹੀ ਹੈ ਨਾ ਸਾਰਾ ਕੁਝ, ਜਿਹੜੇ ਤਜਰਬੇ ਹੁੰਦੇ ਉਹ ਤਾਂ ਉਹੀ ਰਹਿੰਦੇ ਆ ਨਾ, ਉਹ ਵੀ ਵੇਖਦਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ ਪਿਤਾ ਜੀ ਦੀਆਂ ਬਹੁਤ ਗੱਲਾਂ ਸੁਣ ਕੇ। ਜਦੋਂ 2 ਘੜੀਆਂ ਬਾਅਦ ਪਿਤਾ ਜੀ ਦਾ ਮਨ ਠੰਡਾ ਜਿਹਾ ਹੋ ਗਿਆ ਨਾ, ਸ਼ਾਂਤ, ਸਾਹਿਬ ਜੀ ਬੋਲੇ ਪਿਤਾ ਜੀ ਮੇਰੀਆਂ ਖਤਾਵਾਂ ਬਖਸ਼ ਲੋ ਜੋ ਪਿੱਛੇ ਮੇਰੇ ਕੋਲੋਂ ਹੋ ਗਈਆਂ ਨੇ। ਨਹੀਂ ਬੇਗਾਰੋ ਕਾਰਜ ਫੇਰੀ। ਮੈਂ ਅੱਜ ਤੋਂ ਬਾਅਦ ਤੁਹਾਡੇ ਘਰ ਦਾ ਕੋਈ ਕੰਮ ਨਹੀਂ ਵਿਗਾੜਾਂਗਾ। ਜਿਉ ਰਾਵਰ ਕੀ ਹੋਏ ਰਜਾਈ। ਪਿਤਾ ਜੀ ਜਿਵੇਂ ਤੁਸੀਂ ਮੈਨੂੰ ਆਗਿਆ ਕਰੋਗੇ ਤਿਉ ਮੈਂ ਕਰਹੂੰ ਪ੍ਰੀਤ ਲਗਾਈ। ਮੈਂ ਪ੍ਰੇਮ ਨਾਲ ਉਹ ਕੰਮ ਕਰਾਂਗਾ ਜਿਸ ਕੰਮ 'ਚ ਤੁਸੀਂ ਮੈਨੂੰ ਲਾਓਗੇ। ਉਚਿਤ ਕਰਨ ਕੇ ਮੋਕੋ ਜੋ। ਤੁਸੀਂ ਦੱਸੋ, ਤੁਸੀਂ ਵੱਡੇ ਹੋ, ਮੇਰੇ ਕਰਨ ਲਈ ਕੀ ਉਚਿਤ ਹੈ? ਮੈਂ ਕਿਹੜਾ ਕੰਮ ਸਹੀ ਢੰਗ ਨਾਲ ਕਰ ਸਕਦਾ? ਅਬ ਕਹੀਏ ਕਰਹੂੰ ਮੈਂ ਸੋ। ਤੁਸੀਂ ਹੁਣੇ ਕਹੋ, ਮੈਂ ਹੁਣੇ ਸ਼ੁਰੂ ਕਰ ਦਿੰਨਾ। ਜਿਹੜਾ ਕੰਮ ਤੁਸੀਂ ਕਹੋਗੇ ਕਰਨ ਨੂੰ, ਉਹ ਕੰਮ ਮੈਂ ਕਰ ਦਿੰਨਾ, ਆਰੰਭ ਦਿੰਦਾ ਹਾਂ। ਮ੍ਰਿਦੁਲ ਮధుਰ ਨਿਮਰੀ ਸੁਨ ਬਾਨੀ। ਜਦੋਂ ਸਤਿਗੁਰੂ ਜੀ ਨੇ ਬੜੇ ਪਿਆਰੇ ਤੇ ਮਿੱਠੇ ਤੇ ਵਿਨਮਰ ਜੇ ਬੋਲੇ, ਪਿਤਾ ਜੀ ਨੇ ਸੁਣੇ। ਭੀ ਕਾਲੂ ਕੇ ਮਨ ਸੁਖਦਾਨੀ। ਪਿਤਾ ਜੀ ਦਾ ਵੀ ਮਨ ਠੰਡਾ ਜਿਹਾ ਹੋਇਆ ਵੀ ਚਲੋ ਕੁਝ ਤਾਂ ਬੋਲਿਆ ਨਾ ਕੋ, ਤੇ ਪਿਆਰ ਨਾਲ ਬੋਲਿਆ, ਗਲਤੀ ਵੀ ਮੰਨਦਾ। ਤੋ ਪਿਤਾ ਜੀ ਦਾ ਇੱਕਦਮ ਮਨ ਬੜਾ ਸਕੂਨ ਜੇ ਨਾਲ ਭਰ ਗਿਆ। ਜਾਨ ਆਪਨੇ ਸੁਤ ਅਨੁਸਾਰੀ। ਵੇਖਿਆ ਮੇਰਾ ਪੁੱਤਰ ਮੇਰੇ ਅਨੁਸਾਰੀ ਹੋ ਕੇ ਬੋਲ ਰਿਹਾ ਹੈ। ਧਨ ਖਾਟਨ ਕੀ ਗਿਰਾ ਉਚਾਰੀ। ਇਹਨੇ ਪੈਸੇ ਕਮਾਉਣ ਦੀ ਗੱਲਬਾਤ ਵੀ ਮੈਨੂੰ ਹਾਮੀ ਭਰ ਦਿੱਤੀ ਹੈ। ਹਾਂਜੀ, ਸੁਨ ਸੁਤ ਪੂਰਬ ਭਾਕ੍ਰਿਖਕਾਰੀ। ਪਿਤਾ ਜੀ ਨੇ ਤਾਂ ਹੁਣ ਇੱਕੋ ਹੀ ਸਿੱਖਿਆ ਦੇਣੀ ਸੀ ਵੀ ਪੈਸਾ ਕਿਵੇਂ ਕਮਾਉਣਾ। ਸਤਿਗੁਰਾਂ ਨੇ ਜਦੋਂ ਕਿਹਾ, ਪਿਤਾ ਜੀ ਨੇ ਫਿਰ ਬੋਲੇ,
ਕਹਿਣ ਲੱਗੇ ਬੇਟਾ ਕੰਮ ਤਾਂ ਬਹੁਤ ਨੇ ਸੰਸਾਰ 'ਚ ਕਰਨ ਵਾਲੇ। ਪਸ਼ੂ ਚਰਾਏ ਸੋ ਦੀਨ ਉਜਾਰੀ। ਮੈਂ ਤੈਨੂੰ ਪਹਿਲਾਂ ਪਸ਼ੂ ਚਾਰਨ ਭੇਜਿਆ ਸੀ, ਤੂੰ ਲੋਕਾਂ ਦੀਆਂ ਫਸਲਾਂ ਉਜਾੜ ਆਉਂਦਾ ਰਿਹਾ ਹੈ। ਮੁਝ ਮਨ ਮੈਂ ਥੀ ਐਸ ਵਿਚਾਰਾ। ਮੇਰੇ ਮਨ 'ਚ ਤਾਂ ਪੁੱਤਰ ਬੜੀਆਂ ਰੀਝਾਂ ਸੀ, ਮੈਂ ਤਾਂ ਇਹ ਸੋਚਦਾ ਸੀ ਦਿਉ ਬਸਾਇਕ ਗ੍ਰਾਮ ਨਿਰਾਰਾ। ਕਿ ਮੈਂ ਤੈਨੂੰ ਇੱਕ ਵੱਖਰਾ ਪਿੰਡ ਵਸਾ ਦਿਆਂਗਾ। ਤੈਨੂੰ ਖੇਤੀ ਕਰਨ ਲਾਇਆ ਸੀ ਵੀ ਤੂੰ ਖੇਤੀ ਕਰੇਗਾ, ਜ਼ਿਮੀਂਦਾਰਾ ਕਰੇਗਾ, ਪੈਸੇ ਕਮਾਵੇਂਗਾ, ਤੇਰਾ ਪਿੰਡ ਹੀ ਵੱਖਰਾ ਵਸਾ ਦਿਆਂਗਾ। ਮੈਂ ਤਾਂ ਇਹ ਸੋਚਿਆ ਸੀ ਤੂੰ ਪਿੰਡ ਤਾਂ ਮੈਨੂੰ ਉਹ ਵਸਾਣਾ ਤਾਂ ਕਿਤੇ ਰਿਹਾ, ਜਿਹੜਾ ਬੀਜ ਦਿੱਤਾ ਸੀ ਤੈਨੂੰ 1.25 ਮਣ ਉਹ ਵੀ ਮੇਰਾ ਘਰ ਨਹੀਂ ਪਰਤਿਆ। ਤੂੰ ਉਹ ਵੀ ਫਸਲ ਪੈਦਾ ਕਰਕੇ ਜਾਨਵਰਾਂ ਕੋਲੋਂ ਪਸ਼ੂਆਂ ਕੋਲੋਂ ਚਰਵਾ ਦਿੱਤੀ ਹੈ। ਸੋ ਤੋ ਰਹੇ ਮਨੋਰਥ ਮੇਰਾ। ਉਹ ਤਾਂ ਬਚਿਆ ਹੁਣ ਮੇਰੀਆਂ ਮਨ ਦੀਆਂ ਰਹਿ ਗਈਆਂ। ਹੁਣ ਮੈਂ ਨਹੀਂ ਜਾਣਦਾ ਵੀ ਤੇਰੇ ਨਾਂ ਦਾ ਕੋਈ ਮੈਂ ਵੱਖਰਾ ਪਿੰਡ ਵਸਾਵਾਂਗਾ। ਉਹ ਤਾਂ ਹੁਣ ਰਹਿ ਗਈਆਂ ਮੇਰੇ ਮਨ ਦੀਆਂ ਜੋ ਮੈਂ ਸੋਚੀਆਂ ਸਨ। ਭੰਗ ਤਕੈ ਜਿਉ ਗਿਰ ਸਿਰ ਹੇਰੇ। ਇਹ ਤਾਂ ਬਚਿਆ ਉਹ ਗੱਲਾਂ ਨੇ ਜਿਵੇਂ ਕੋਈ ਪਿੰਗਲਾ ਹੋਵੇ ਤੇ ਆਖੇ ਮੈਂ ਪਹਾੜ ਦੇ ਸਿਖਰ ਤੇ ਚੜ੍ਹਦਾ। ਉਹ ਤਾਂ ਹੁਣ ਰਹਿ ਗਈਆਂ ਮੇਰੇ ਮਨ ਦੀਆਂ। ਪਿੰਗਲਾ ਮਨ 'ਚ ਜਿੰਨਾ ਮਰਜ਼ੀ ਸੋਚੇ ਵੀ ਮੈਂ ਪਹਾੜ ਦੇ ਸਿਖਰ ਤੇ ਚੜ੍ਹਨਾ, ਉਹ ਨਹੀਂ ਚੜ੍ਹ ਸਕਦਾ। ਹੁਣ ਜਿਹੜਾ ਮੈਂ ਸੋਚਿਆ ਸੀ ਉਹ ਤਾਂ ਹੋਣਾ ਨਹੀਂ। ਪਿੰਡ ਤਾਂ ਤੂੰ ਵਸਾਣਾ ਨਹੀਂ। ਤੂੰ ਤਾਂ ਜਿਹੜਾ ਮੇਰਾ ਮਾੜਾ ਮੋਟਾ ਵਸਦਾ ਉਹ ਵੀ ਉਜਾੜਨ ਨੂੰ ਫਿਰਦਾ। ਇਸ ਕਰਕੇ ਬੇਟਾ ਹੁਣ ਤਾਂ ਪਿੰਗਲੇ ਵਾਂਗੂ ਜਿਵੇਂ ਕੋਈ ਪਿੰਗਲਾ ਪਹਾੜ ਤੇ ਚੜ੍ਹਨਾ ਚਾਹੇ ਤਾਂ ਨਹੀਂ ਚੜ੍ਹ ਸਕਦਾ, ਉਹ ਮੇਰੀ ਹਾਲਤ ਹੈ। ਮੁਝ ਤੇ 20 ਕਾਰਿਖ ਲੀਜੈ। ਚੱਲ ਹੁਣ ਹੋਰ ਕੰਮ ਤੈਨੂੰ ਮੈਂ ਲਾਉਣਾ, ਉਹਦੇ 'ਚ ਤੂੰ ਕਾਮਯਾਬ ਹੋ ਜਾਏ ਤਾਂ ਵੀ ਮੈਂ ਰੱਬ ਦਾ ਸ਼ੁਕਰਗੁਜ਼ਾਰ ਹੋਵਾਂਗਾ। ਆ ਮੇਰੇ ਕੋਲੋਂ 20 ਰੁਪਈਏ ਲੈ ਲੈ। ਕਾਰਖ ਕਹਿੰਦੇ ਆ 20 ਰੁਪਈਆਂ ਨੂੰ। ਰੁਪਈਆ ਖਾਲਸਾ ਜੀ ਅਵਿਦਤ ਲੋਕ, ਉਹਨਾਂ ਨੂੰ ਇਸ ਗੱਲ ਦਾ ਬੋਧ ਨਹੀਂ, ਜਾਣਕਾਰੀ ਨਹੀਂ ਕਿ ਜਿਹੜਾ ਰੁਪਈਆ ਸ਼ਬਦ ਹੈ ਨਾ ਇਹ ਰੂਪੇ ਤੋਂ ਬਣਿਆ। ਰੂਪਾ ਕਹਿੰਦੇ ਆ ਚਾਂਦੀ ਨੂੰ। ਧੰਨ ਗੁਰੂ ਨਾਨਕ ਸਾਹਿਬ ਤੋਂ ਵੀ ਤਕਰੀਬਨ 900 ਸਾਲ ਪਹਿਲਾਂ ਹੋਂਦ 'ਚ ਆ ਗਿਆ ਸੀ ਰੁਪਈਆ। ਸਿੱਕੇ ਜਿਹੜੇ ਬਣਨੇ ਸ਼ੁਰੂ ਹੋ ਗਏ ਸੀ ਹਿੰਦੁਸਤਾਨ 'ਚ। ਅੱਜ ਕੱਲ ਵੇਖੋ ਸਤਿਗੁਰਾਂ ਦੇ ਸਿਧਾਂਤ ਦੇ ਉੱਤੇ ਕਿਤਨੇ ਪ੍ਰਕਾਰ ਦੀਆਂ ਚੋਟਾਂ ਮਾਰੀਆਂ ਜਾਂਦੀਆਂ, ਜਾਣ ਬੁੱਝ ਕੇ ਮਾਰੀਆਂ ਜਾਂਦੀਆਂ ਨੇ ਜਾਂ ਅਗਿਆਨ ਵਿੱਚ। ਇਹਦੇ ਬਾਰੇ ਮੈਂ ਜਾਣਦਾ ਨਹੀਂ ਕੀ ਮਨਸਾ ਹੈ ਉਹਨਾਂ ਦੀ। ਆਖੇ ਜੀ ਉਦੋਂ ਤਾਂ 20 ਰੁਪਈਏ ਹੀ ਨਹੀਂ ਸੀ ਹੁੰਦੇ ਤੇ ਲੰਗਰ ਕਿਵੇਂ ਲਾਇਆ 20 ਰੁਪਇਆਂ ਦਾ। ਪਤਾ ਨਹੀਂ ਜਿਹੜੇ ਉਹ ਇੱਕ ਆਲੋਚਨਾ ਵਾਲੇ ਪਾਸੇ ਪੈ ਗਏ। ਗੁਰੂ ਸਾਹਿਬ ਦੀ ਅੰਮ੍ਰਿਤ ਕਥਾ ਚੱਲ ਰਹੀ ਹੈ। ਰੁਪਈਏ ਜਿਹੜੇ ਨੇ ਉਹ ਗੁਰੂ ਖਾਲਸਾ ਜੀ ਮਹਾਰਾਜ ਜੀ ਤੋਂ ਵੀ ਸੈਂਕੜੇ ਸਾਲ ਪਹਿਲਾਂ ਹਿੰਦੁਸਤਾਨ 'ਚ ਬਣ ਗਏ ਸੀ। ਰੂਪੇ ਤੋਂ, ਰੂਪਾ ਗੁਰਬਾਣੀ ਦੇ ਵਿੱਚ ਚਾਂਦੀ ਵਾਸਤੇ ਸਤਿਗੁਰਾਂ ਨੇ ਵਰਤਿਆ। ਰੂਪਾ ਉਹਦੇ ਤੋਂ ਬਣਿਆ ਰੁਪਇਆ, ਰੁਪਏ। ਹੁਣ ਜਦੋਂ ਇਕੱਠੇ ਹੋ ਜਾਣ ਰੁਪੀਸ ਕਹਿਣ ਲੱਗ ਪਏ ਅੰਗਰੇਜ਼ੀ ਵਿੱਚ, ਪਰ ਮੁੱਢਲਾ ਸ਼ਬਦ ਜਿਹੜਾ ਰੂਪੇ ਤੋਂ, ਚਾਂਦੀ ਤੋਂ ਬਣੇ ਹੋਏ ਰੁਪਈਏ। ਤੇ ਉਹ ਹਿੰਦੁਸਤਾਨ ਦੀ ਕਰੰਸੀ ਸੀ ਪਹਿਲਾਂ, ਹੁਣ ਵੀ ਚੱਲਦੀ ਹੈ। ਤੋਂ ਉਦੋਂ ਸਤਿਗੁਰਾਂ ਦੇ ਵੇਲੇ ਸੀਗੇ ਰੁਪਈਏ। ਇਸ ਕਰਕੇ ਹੁਣ ਤਾਂ ਮਿਲਦੇ ਵੀ। ਕਈਆਂ ਨੇ ਬੜੇ ਬੜੇ ਪੁਰਾਣੇ ਸਿੱਕੇ ਆਪਣੇ ਕੋਲ ਰੱਖੇ ਹੋਏ ਨੇ, ਹਜ਼ਾਰ ਸਾਲ ਪੁਰਾਣੇ ਵੀ ਸਿੱਕੇ ਸਾਂਭ ਕੇ ਰੱਖੇ ਹੋਏ ਲੋਕਾਂ ਨੇ। ਤੋ ਉਹਨਾਂ ਦੇ ਤੋਲ ਦੇ ਮੁਤਾਬਕ ਉਹ ਬਣਾਏ ਜਾਂਦੇ ਸਨ। ਤੋ ਮਹਾਰਾਜ ਜੀ ਨੂੰ ਪਿਤਾ ਜੀ ਕਹਿ ਰਹੇ ਨੇ ਕਿ ਬੇਟਾ ਨਾਨਕ ਮੈਂ ਤੈਨੂੰ 20 ਰੁਪਈਏ ਦੇਵਾਂਗਾ। ਆਨ ਸਥਾਨ ਪਿਆਨੋ ਕੀਜੈ। ਉਹ 20 ਰੁਪਈਏ ਲੈ ਕੇ ਤੇ ਤੂੰ ਕਿਸੇ ਦੂਜੇ ਸ਼ਹਿਰ 'ਚ ਜਾ, ਜਿੱਥੇ ਕੋਈ ਵਪਾਰ ਦੀ ਚੰਗੀ ਵਸਤੂ ਮਿਲਦੀ ਹੋਵੇ ਉੱਥੋਂ ਖਰੀਦੀ, ਜਿੱਥੋਂ ਸਸਤੀ ਮਿਲਦੀ ਹੋਵੇ ਉੱਥੋਂ ਖਰੀਦ ਕੇ, ਜਿੱਥੇ ਮਹਿੰਗੀ ਵਿਕਦੀ ਹੋਵੇ ਉੱਥੇ ਜਾ ਕੇ ਵੇਚ ਦੇਈਂ ਤੇ ਖਰਾ ਸੌਦਾ ਕਰਕੇ ਆਵੀਂ। ਜਿਹਦੇ 'ਚ ਬਹੁਤ ਜ਼ਿਆਦਾ ਮੁਨਾਫਾ ਹੋਵੇ ਏਦਾਂ ਦਾ ਵਪਾਰ ਕਰਕੇ ਆਵੀਂ। ਢੇਰ ਲਾਭ ਦਾ ਵਸਤ ਵਿਚਾਰੀ। ਜਿਹਦੇ 'ਚ ਬਹੁਤ ਸਾਰਾ ਲਾਭ ਹੋਵੇ, ਮੁਨਾਫਾ ਹੋਵੇ, ਉਹਦੇ ਵਿੱਚੋਂ ਕਹਿੰਦੇ ਉਹ ਮੁਨਾਫੇ ਵਾਲਾ, ਲਾਭ ਵਾਲਾ ਸੌਦਾ ਪੁੱਤਰ ਖੱਟ ਕੇ ਲਿਆਈ। ਇਹ 20 ਰੁਪਈਏ ਬਹੁਤ ਹੁੰਦੇ ਅੱਜ ਦੇ ਸਮੇਂ ਵਿੱਚ। ਬਨ ਜੋ ਨਿਜ ਮਤ ਕੇ ਅਨੁਸਾਰੀ। ਤੇ ਮੈਂ ਨਹੀਂ ਤੈਨੂੰ ਕਹਿੰਦਾ ਵੀ ਤੂੰ ਆਹ ਵਪਾਰ ਕਰ ਜਾਂ ਨਾ ਕਰ। ਤੇਰੀ ਜਿਹੜੀ ਮੱਤ ਦੇ ਵਿੱਚ ਤੇਨਾ ਦਿਮਾਗ ਕੰਮ ਕਰੇ,
ਵੀ ਆਹ ਵਪਾਰ ਕਰਨਾ, ਇਹਦੇ 'ਚ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ, ਬਹੁਤ ਸਾਰਾ ਲਾਭ ਹੋਵੇਗਾ, ਬਸ ਉਹ ਕਰਕੇ ਆ ਜਾਈਂ। ਪਿਤਾ ਜੀ ਨੇ ਆਪ ਹੀ ਖੁੱਲ੍ਹ ਦਿੱਤੀ ਹੈ ਵੀ ਜਿਹਦੇ 'ਚ ਬਹੁਤ ਜ਼ਿਆਦਾ ਲਾਭ ਹੋਵੇ, ਮੁਨਾਫਾ ਹੋਵੇ, ਉਹ ਲਾਭ ਉਹ ਵਪਾਰ ਕਰਕੇ ਆਈ। ਤੇ ਮੇਰੇ ਸਤਿਗੁਰਾਂ ਨੇ ਵੇਖਿਆ ਵੀ ਇਹਦੇ ਤੋਂ ਵੱਧ ਮੁਨਾਫਾ ਕਿੱਥੇ ਹੋਣਾ, ਜਿਹੜਾ ਲੰਗਰ ਛਕਾਉਣਾ, 20 ਰੁਪਇਆਂ ਦਾ ਲੰਗਰ ਲਾਉਣਾ, ਵੀ ਆਉਣ ਵਾਲੇ ਸੈਂਕੜਿਆਂ ਸਾਲਾਂ ਤੱਕ ਲੋਕਾਂ ਨੂੰ ਇਹਦਾ ਮੁਨਾਫਾ ਮਿਲਦਾ ਹੀ ਰਹਿਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਜ਼ਾਰਾਂ ਲੱਖਾਂ ਲੋਕਾਂ ਨੂੰ ਜਿੱਥੇ ਕੋਈ ਤਰਾਸਦੀ ਆਵੇ ਉੱਥੇ ਜਾਣਗੇ ਮੇਰੇ ਸਿੱਖ ਲੰਗਰ ਲੈ ਕੇ, ਜਿੱਥੇ ਕੋਈ ਭੁੱਖਾ ਬੈਠਾ ਹੋਵੇ ਉੱਥੇ ਗੁਰੂ ਕਾ ਲੰਗਰ ਜਾ ਕੇ ਪਹੁੰਚੇਗਾ। ਵੀ ਇਹਦੇ ਤੋਂ ਵੱਧ ਮੁਨਾਫੇ ਵਾਲਾ ਸੌਦਾ ਨਹੀਂ ਜੇ ਹੋਣਾ। ਪਿਤਾ ਜੀ ਨੇ ਵੀ ਕਿਹਾ, ਬੇਟਾ ਮੈਂ ਨਹੀਂ ਤੈਨੂੰ ਕਹਿੰਦਾ ਵੀ ਤੂੰ ਆਹ ਵਪਾਰ ਕਰ, ਜਿਹੜੇ ਕੰਮ ਨੂੰ ਤੇਰਾ ਮਨ ਕਰੇ ਵੀ ਚੰਗਾ ਲਾਭ ਹੋਵੇਗਾ ਉਹਦੇ 'ਚ, ਉਹ ਲਾਭ ਪ੍ਰਾਪਤ ਕਰਨ ਵਾਸਤੇ ਵਪਾਰ ਕਰ ਲਵੇਂ। ਆਪ ਕੇ ਜੇ ਆਨੋ ਸੁਭ ਸੌਦਾ, ਤੇ ਜੇ ਪੁੱਤਰ ਕੋਈ ਚੰਗਾ ਖਰਾ ਸੌਦਾ ਤੂੰ ਘਰ ਲੈ ਕੇ ਆਇਆ ਨਾ ਇਸ ਵਾਰ, ਪੁਨ ਬਹੁ ਤਨ ਦਿਉ ਉਰ ਪਰ ਮੋਦਾ, ਫਿਰ ਮੈਂ ਤੈਨੂੰ ਹੋਰ ਪੈਸੇ ਦਿਆਂਗਾ, ਹੋਰ ਧਨ ਖੁਸ਼ੀ ਦੇ ਨਾਲ ਦੇਵਾਂਗਾ। ਨਿਜ ਪੂੰਜੀ ਤੁਮ ਰੱਖੋ ਨਿਰਾਲੀ, ਤੇ ਤੂੰ ਇਹ 20 ਰੁਪਏ ਭਾਵੇਂ ਮੈਨੂੰ ਮੋੜਦੀ ਜਿਹੜੇ ਲੈ ਚੱਲਿਆ, ਇਹਦੇ ਨਾਲ ਜਿਹੜਾ ਮੁਨਾਫਾ ਹੋਵੇਗਾ ਉਹ ਤੂੰ ਆਪਣੇ ਵੱਖਰੇ ਰੱਖ ਲਈ, ਮੈਂ ਨਹੀਂ ਤੇਰੇ ਪੈਸਿਆਂ 'ਚ ਪੈਸੇ ਲੈਂਦਾ। ਵੀ ਤੂੰ ਆਪਣਾ ਪੈਸਾ ਜਿਹੜਾ ਟਕਾ ਜਿਹੜਾ ਤੂੰ ਕਮਾਵੇਂਗਾ ਉਹ ਤੂੰ ਵੱਖਰਾ ਆਪਣੇ ਪਾਸ ਹੀ ਰੱਖ ਲਵੀਂ, ਵੱਖਰਾ ਮੇਰੇ ਤੋਂ। ਕਰੋ ਬਨਜ ਇਹ ਰੀਤ ਸੁਖਾਲੀ, ਏਦਾਂ ਇਹ ਸੁਖਾਲੇ ਤਰੀਕੇ ਨਾਲ ਪੁੱਤਰ ਜੀ ਤੁਸੀਂ ਵਣਜ ਕਰੋ ਨਾਨਕ ਜੀ। ਦਿਨ ਪ੍ਰਤ ਦਰਬ ਵਧਾਵੋ ਭਾਰੀ, ਔਰ ਦਿਨ ਪ੍ਰਤੀ ਦਿਨ ਆਪਣੇ ਕੋਲ ਪੈਸੇ ਵਧਾਓ, ਖੁਰਜੀਆਂ ਭਰ ਕੇ ਰੱਖੋ, ਫਿਰ ਗਾਗਰਾਂ ਭਰ ਕੇ ਆਪਾਂ ਮਿੱਟੀ 'ਚ ਦਬੜੀਆਂ ਕਰਨੀਆਂ ਨੇ। ਏਦਾਂ ਚੰਗਾ ਪੈਸਾ ਜਿਹੜਾ ਉਹ ਕਮਾ ਕੇ ਉਹਨੂੰ ਵਧਾਓ। ਬਾਹਰ ਸਪੂਤ ਕਹੈ ਨਰ ਨਾਰੀ, ਫਿਰ ਲੋਕ ਆਖਣਗੇ ਪਟਵਾਰੀ ਦਾ ਪੁੱਤਰ ਬੜਾ ਲਾਇਕ ਪੁੱਤਰ ਹੈ, ਬੜਾ ਕਮਾਈ ਕਰਦਾ। ਲੋਕ ਆਖਣਗੇ ਜਿਹੜੇ ਅੱਜ ਕਹਿੰਦੇ ਆ ਨਾ, ਹੋਰ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਜਿਹੜੇ ਆ ਹੋਰ ਗੱਲਾਂ ਕਰਦੇ ਆ। ਹੁਣ ਜਦੋਂ ਕਮਾਈ ਕਰੋਗੇ ਲੋਕ ਆਖਣਗੇ ਪਟਵਾਰੀ ਦਾ ਪੁੱਤ ਬੜਾ ਸਿਆਣਾ ਸਪੂਤ ਪੁੱਤਰ ਹੈ। ਬਾਲਾ ਲਿਓ ਦੂਸਰਾ ਸੰਗਾ, ਤੁਹਾਡੇ ਮਿੱਤਰ ਨੇ ਬਾਲਾ ਜੀ, ਉਹਨਾਂ ਨੂੰ ਆਪਣੇ ਨਾਲ ਲੈ ਜਾਓ, ਇਕੱਲੇ ਨਾ ਜਾਇਓ। ਭਾਈ ਬਾਲੇ ਨੂੰ ਆਪਣੇ ਨਾਲ ਲੈ ਜਾਓ, ਉਹਦੇ ਨਾਲ ਸਾਂਝ ਬਣਾ ਲਿਓ ਵਪਾਰ ਦੀ। ਸੁਤ ਜਾਵੋ ਅਬ ਸਹਿ ਤੂੰ ਮੰਗਾ, ਇਹ ਪੁੱਤਰ ਜੀ ਮੇਰੇ ਮਨ 'ਚ ਬੜੀਆਂ ਰੀਝਾਂ ਨੇ ਤੇ ਮੇਰੀਆਂ ਰੀਝਾਂ ਪੂਰੀਆਂ ਕਰੋ ਤੇ ਜਾਓ, ਚਾਹ ਦੇ ਨਾਲ ਖੁਸ਼ੀ ਦੇ ਨਾਲ ਜਾਓ। ਕਹਿ ਬਾਲਾ ਸੁਨ ਗੁਰ ਦੁਖ ਕਦਨੰ, ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ, ਅੱਖਾਂ ਵੇਖੀ ਤੇ ਕਹਿ ਰਹੇ ਨੇ, ਹੇ ਗੁਰੂ ਅੰਗਦ ਸਾਹਿਬ ਜੀ ਸੁਣੋ। ਦਾਸ ਪਠਾਇਓ ਤਬ ਮੁਝ ਸਦਨੰ, ਕਹਿੰਦੇ ਪਿਤਾ ਜੀ ਨੇ ਉਸੇ ਵੇਲੇ ਆਪਣਾ ਇੱਕ ਨੌਕਰ ਮੇਰੇ ਘਰ ਮੈਨੂੰ ਬੁਲਾਉਣ ਭੇਜਿਆ। ਗਇਓ ਸੰਗ ਮੈਂ ਤੇ ਅਸਥਾਨੰ, ਕਹਿੰਦੇ ਮੈਂ ਉਸੇ ਵਕਤ ਨਾਲ ਚੱਲ ਪਿਆ ਜਹ ਕਾਲੂ ਨਾਨਕ ਗਤ ਦਾਨੰ, ਜਿੱਥੇ ਗੁਰੂ ਨਾਨਕ ਸਾਹਿਬ ਤੇ ਪਿਤਾ ਮਹਿਤਾ ਕਾਲੂ ਜੀ ਸਨ। ਮੁਝ ਕੋ ਸਾਦਰ ਨਿਕਟ ਬਿਠਾਇੰ, ਕਹਿੰਦੇ ਪਿਤਾ ਜੀ ਨੇ ਬੜਾ ਆਦਰ ਸਤਕਾਰ ਕਰਕੇ ਮੈਨੂੰ ਆਪਣੇ ਕੋਲ ਬਿਠਾਇਆ। ਹਿਤ ਭੋਜਨ ਕੇ ਬਚਨ ਅਲਾਇੰ, ਔਰ ਮੈਨੂੰ ਕਿਹਾ ਕਿ ਪ੍ਰਸ਼ਾਦਾ ਛਕੋ ਬਾਲਾ ਜੀ, ਭੋਜਨ ਤਿਆਰ ਹੈ। ਸੁਨ ਬਾਲੇ ਤੂੰ ਹੈ ਮਤਵਾਨੰ, ਹਾਂ ਹਿਤ, ਫਿਰ ਕਹਿਣ ਲੱਗੇ ਹਿਤ ਭੇਜਨ ਕੇ ਬਚਨ ਅਲਾਇਓ। ਜੇ ਹੋੜਾ ਲਾ ਕੇ ਬੋਲ ਦਿਆਂਗੇ ਭੋਜਨ ਹੋ ਜਾਏਗਾ ਤੇ ਅਰਥ ਹੀ ਹੋਰ ਹੋ ਜਾਏਗਾ। ਭੇਜਨ ਵੀ ਭੇਜਣ ਵਾਸਤੇ ਮੈਨੂੰ ਬਚਨ ਲਾਇਆ ਵੀ ਤੁਹਾਨੂੰ ਭੇਜਣਾ ਨਾਲ। ਬਾਲਾ ਜੀ ਸੁਣੋ, ਕੀਜੈ ਨਾਨਕ ਸੰਗ ਪਿਆਨੰ, ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਜਾਓ। ਹੋਏ ਲਾਭ ਦਾ ਸੌਦਾ ਜੋ, ਕੋਈ ਚੰਗੇ ਲਾਭ ਵਾਲਾ ਮੁਨਾਫੇ ਵਾਲਾ ਸੌਦਾ ਹੋਵੇ। ਲਿਹੋ ਸੰਭਾਰ ਆਨੀਐ ਸੋ, ਖਰਾ ਸੌਦਾ ਸੰਭਾਲ ਕੇ ਘਰ ਲੈ ਕੇ ਆਓ। ਅਸ ਕੈ 20 ਰਜਤ ਪਣ ਦੀਨੇ, ਏਦਾਂ ਕਹਿ ਕੇ ਉਹ 20 ਰੁਪਏ ਪਿਤਾ ਜੀ ਨੇ ਮੇਰੀ ਤਲੀ ਤੇ ਧਰੇ। ਭਾਈ ਬਾਲਾ ਜੀ ਕਹਿੰਦੇ ਉਹ 20 ਰੁਪਏ ਉਹਨਾਂ ਨੇ ਮੈਨੂੰ ਦਿੱਤੇ। ਭਲ ਬਿਦ ਸੋ ਮੁਝ ਸੌਂਪਨ ਕੀਨੇ, ਆਖਿਆ ਵੀ ਨਾਨਕ ਦਾ ਤਾਂ ਥੋੜਾ ਜਿਹਾ ਬੇਪਰਵਾਹ ਹੈ, ਪੈਸਾ ਟਿਕੇ ਦਾ ਕੰਮ ਹੈ, ਤੂੰ ਸਾਂਭ ਕੇ ਰੱਖੀ ਆਪਣੇ ਕੋਲ ਤੇ ਨਾਲ ਜਾਈ।
ਤੇ ਜਿੱਥੇ ਚੰਗਾ ਖਰਾ ਸੌਦਾ ਹੋਵੇ ਉੱਥੋਂ ਖਰਾ ਸੌਦਾ ਵਿਹਾਜ ਕੇ ਲੈ ਕੇ ਆਉਣਾ, ਜਿਹਦੇ ਵਿੱਚ ਚੰਗਾ ਲਾਭ ਹੋਵੇ। ਭਾ ਤਿਆਰ ਮੈਂ ਮਾਨ ਨਿਦੇਸਾ, ਤੇ ਮੈਂ ਪਿਤਾ ਜੀ ਦੇ ਬਚਨ ਮੰਨ ਕੇ ਨਾਲ ਚੱਲਣ ਨੂੰ ਤਿਆਰ ਹੋ ਗਿਆ। ਚੱਲੇ ਮੁਕੰਦ ਜੇ ਕਟਤ ਕਲੇਸਾ। ਮੁਕਤੀ ਦਾਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਬਾਲਾ ਜੀ ਦੇ ਸਮੇਤ ਚੱਲ ਪਏ, ਜਿਹੜੇ ਦੁੱਖਾਂ ਦਾ ਨਾਸ਼ ਕਰਨ ਵਾਲੇ ਨੇ। ਟੁਰੇ ਨੇ ਸਿਆਲਕੋਟ ਵਾਲੇ ਪਾਸੇ ਨੂੰ, ਟੁਰੇ ਨੇ ਚੂੜਕਾਣੇ ਦੀ ਮੰਡੀ ਵਾਲੇ ਪਾਸੇ ਨੂੰ, ਟੁਰੇ ਨੇ ਜਿੱਥੇ ਮੇਰੇ ਸਾਹਿਬਾਂ ਦਾ ਅੱਜ ਵੀ ਪਵਿੱਤਰ ਸਥਾਨ ਹੈ। ਖਰਾ ਸੌਦਾ ਪਾਤਸ਼ਾਹ ਨੇ ਜਿੱਥੇ ਕੀਤਾ, ਸੱਚਾ ਸੌਦਾ ਜਿੱਥੇ ਪਾਤਸ਼ਾਹ ਨੇ ਕੀਤਾ ਹੈ, ਉੱਥੇ ਜਾ ਕੇ ਜਿਵੇਂ ਜੀਵਾਂ ਦਾ ਉਧਾਰ ਕਰ ਰਹੇ ਨੇ, ਰਿਸ਼ੀਆਂ ਮੁਨੀਆਂ ਮਹਾਂਪੁਰਸ਼ਾਂ ਤੋਂ ਕਰਤਾਰਥ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਸਾਹਿਬ ਦਾ ਪਵਿੱਤਰ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਹੈ ਤਾਸ, ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੈ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੈ ਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੈ ਸੰਤਹ ਕੈ ਸਦਾ ਸੰਗ, ਏ ਧਾਰਾ ਆਧਾਰ, ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ, ਰੱਖੋ ਹੀਐ ਪਰੋ, ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ, ਇਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੁਤਰੇ ਪਾਰ, ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਵਾਹਿਗੁਰੂ। साहिब जियो गुरु गरीब निवाज, दंडौत बंदन अनक बार, सर्व कला समर्थ डोलन डोलन तेरा खो प्रभु, नानक दे कर हथ, दे कर हथ। दीने ताप दीने ताप निवारण हारा, दुख हंता सुख रास, ताको बिघन न को लगे, जाकी प्रभ आ गए अरदास, प्रभ आ गए अरदास। निमाणियों के मान गुरु, निताणियों के ताण गुरु, ने ओटयों की ओट गुरु, ने आसरयों के आसरा, सर्व कला भरपूर गुरु गरीब निवाज, गुरु गरीब निवाज, गरीब निवाज, गरीब निवाज। दया करो रख ले वो हर जियो, दया करो रख ले वो हर जियो, दया करो रख ले वो हर जियो, दया करो रख ले वो हर जियो। दया करो रख ले वो हर जियो, दया करो रख ले वो हर जियो।
सतगुर आए। हम लागे सतगुर पाए, दया करो रख लेवो हर जियो, दया करो रख लेवो हर जियो, दया करो रख लेवो। दया करो रख लेवो हर जियो, रख लेवो हर जियो, हर जियो। दया करो रख लेवो, दया करो रख लेवो हर जियो, दया करो रख लेवो हर जियो, दया करो रख लेवो। हम पातर गुर नाव, हम पातर गुर नाव, बिख भवजल तारिय राम। बिख भवजल तारिय राम, गुरुदेव शब्द सुभाए, गुरुदेव देव शब्द, गुरुदेव शब्द, गुरुदेव शब्द सुभाए, महमूद निस्तारी राम। गुरुदेव शब्द सुभाए, गुरुदेव शब्द सुभाए, महमूद निस्तारी राम। महमूद निस्तारी राम, दया करो रख लेवो हर जियो, दया करो रख लेवो हर जियो, दया करो रख लेवो। हम लागे सतगुर पाए, हम लागे सतगुर पाए, दया करो रख लेवो हर जियो, दया करो रख लेवो हर जियो, दया करो रख लेवो हर जियो।